ਅੱਜ ਆਪਾਂ 732 732 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 752 ਜੀ। ਉਹ ਮਾफ़ ਕਰਨਾ ਜੀ, ਬਹੁਤ ਵਧੀਆ ਜੀ। 752 752 ਸੌਰੀ 752 753 ਤੱਕ ਜਾ ਰਿਹਾ ਸ਼ਬਦ। ਔਰ ਇਹ ਪਹਿਲੀ ਪਾਤਸ਼ਾਹੀ ਦਾ ਸੂਹੀ ਰਾਗ ਦੇ ਵਿੱਚ ਪੰਜਵਾਂ ਸ਼ਬਦ ਹੈਗਾ ਔਰ ਲੜੀ ਦਾ ਤੀਸਰਾ ਮੋਤੀ ਹੈਗਾ। ਅਸ਼ਟਪਦੀਆਂ ਹੈਗੀਆਂ ਔਰ ਇਹ ਇੱਕ ਰੂਲ ਹੈਗਾ ਬਈ ਜੋ ਮਰਜ਼ੀ ਹੋਏ, ਭਾਵੇਂ ਅਸ਼ਟਪਦੀ ਹੋਏ, ਚੌਪਦੇ ਹੋਣ, ਦੁੱਪਦੇ ਹੋਣ, ਸੋਲੇ ਹੋਣ, ਸ਼ਲੋਕ ਹੋਏ, ਬਾਣੀ ਜਿਹੜੀ ਹੈਗੀ ਉਹ ਕੋਈ 8 ਦੇ 9 ਵੀ ਪਦੇ ਹੋ ਸਕਦੇ, 8 ਦੇ 32 ਪਦੇ ਵੀ ਹੋ ਸਕਦੇ। 8 ਦੇ ਬਾਣੀ ਸਮਝੌਤਾ ਨਹੀਂ ਕਰਦੀ, ਉਸ ਵੇਲੇ ਗਿਆਨ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ। ਸੂਹੀ ਮਹੱਲਾ ਪਹਿਲਾ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਐ, ਜਿਉ ਰਾਖੇ ਕਿਰਪਾ ਥਾਰ ਤਿਵੈ ਸੁਖ ਪਾਈਏ। ਪਹਿਲੀ ਪਾਤਸ਼ਾਹੀ ਜਿਹੜੇ ਹੈਗੇ ਆਪਣੇ ਗਾਈਡ ਗੁਰੂ ਸਤਿਗੁਰੂ ਆਪਾਂ ਨੂੰ ਗਿਆਨ ਦੇ ਰਹੇ। ਮਨਹੁ ਨਾ ਨਾਮ ਵਿਸਾਰ, ਮਨ ਦੇ ਵਿੱਚੋਂ ਨਾਮ ਨੂੰ ਨਾ ਵਿਸਾਰ, ਕਿਉਂਕਿ ਨਾਮ ਨੂੰ ਵਿਸਾਰ ਦੇਂਗਾ ਤੇ ਫਿਰ ਜਿਹੜਾ ਹੈਗਾ ਤੇਰੀ ਸੁਰਤ ਬਾਹਰ ਚਲੀ ਜਾਏਗੀ। ਬਾਹਰ ਚਲੀ ਗਈ ਤੇ ਮਾਇਆ ਜਿਹੜੀ ਹੈਗੀ ਉਹਨੇ ਤੈਨੂੰ ਟਰੈਪ ਕਰ ਲੈਣਾ। ਬਸ ਮਾਇਆ ਤਾਂ ਅੜਿੱਕ ਕਰਦੀ ਰਹਿੰਦੀ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਇਆ ਬਸ ਬਸ ਜੇ ਤੂੰ ਵਿਸਾਰ ਦਿੱਤਾ, ਖਾਲੀ ਹੋ ਗਿਆ, ਤੇ ਇਹਨਾਂ ਨੇ ਫਿਰ ਤੇਰਾ ਜਿਹੜਾ ਹੈਗਾ ਵਿਚਾਰਾਂ ਦੇ ਨਾਲ ਤੈਨੂੰ ਫੜ ਲੈਣਾ ਹੈ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਏ, ਅਹਨਿਸ ਰਾਤ ਦਿਨ ਪਾਈ। ਕਿਉਂਕਿ ਆਪਾਂ ਕੰਮ ਕਰਦੇ ਹਾਂ ਤੇ ਆਪਾਂ ਨੂੰ ਕੰਮ ਦੇ ਵਾਸਤੇ ਵਿਚਾਰ ਲੈਣੇ ਲਾਜ਼ਮੀ ਹੈ, ਉਹ ਲੈ ਲਾ। ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਆਪਾਂ ਨੂੰ ਜਿਹੜਾ ਹੈਗਾ ਆਪਣੇ ਦੂਸਰੇ ਵਿਚਾਰ ਘੇਰ ਲੈਂਦੇ ਆ। ਪਾਸਟ ਫਿਊਚਰ ਜੋ ਵੀ ਹੈਗਾ ਮਾਇਆ ਜਿਹੜੀ ਹੈਗੀ ਟਰੈਪ ਕਰ ਲਏਗੀ। ਫਿਰ ਬਾਣੀ ਇਹ ਨਹੀਂ ਕਹਿ ਰਹੀ ਕਿ ਤੂੰ ਜਿਹੜਾ ਹੈਗਾ ਆਪਣਾ ਕੰਮ ਜਿਹੜਾ ਹੈਗਾ ਕਰਦੇ ਹੋਏ ਕੰਮ ਦੇ ਵਿਚਾਰ ਨਾ ਲੈ। ਪ੍ਰੈਜ਼ੈਂਟ ਦੇ ਵਿੱਚ ਜਿਹੜਾ ਹੈਗਾ ਤੂੰ ਪ੍ਰੈਜ਼ੈਂਟ ਦੇ ਵਿੱਚ ਰਹਿ। ਔਰ ਜਦ ਤੂੰ ਕੰਮ ਦੇ ਵਿੱਚ ਜਿਹੜਾ ਹੈਗਾ ਤੇਰੀ ਲੋੜ ਨਹੀਂ ਹੁੰਦੀ ਕੰਮ ਦੇ ਵਿੱਚ ਵਿਚਾਰ ਲੈਣ ਦੀ, ਤੇ ਉਦੋਂ ਫਿਰ ਤੂੰ ਮਾਲਕ ਨੂੰ ਯਾਦ ਕਰ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਏ, ਰਾਤ ਦਿਨ ਆ ਹੈਗਾ ਭਾਈ ਤੇਰਾ ਸਕੈਡਿਊਲ। ਸਭ ਤੋਂ ਸਟਾਰਟ ਜਰਨੀ ਸਭ ਤੋਂ ਪਹਿਲਾਂ ਜਿਹੜੇ ਹੈਗੇ ਮਹਾਰਾਜ ਜਿਹੜੇ ਅੱਜ ਗਿਆਨ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇੰਸਟਰਕਸ਼ਨ ਦੇ ਰਹੇ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਏ, ਧਿਆਨ ਰਹੇ ਤੈਨੂੰ ਬਈ ਤੂੰ ਇਕੱਲਾ ਨਹੀਂ ਹੈਗਾ, ਤੇਰੀ ਆਤਮਾ ਤੇਰੇ ਨਾਲ ਹੈ। ਆਤਮਾ ਸੱਚ ਹੈਗੀ ਆ, ਸੱਚ ਤੇ ਚੱਲਣਾ ਹੈਗਾ ਤੂੰ ਸਰੀਰ ਨਹੀਂ ਹੈਗਾ। ਜੇ ਤੂੰ ਸਰੀਰ ਆਪਣੇ ਆਪ ਨੂੰ ਸਮਝੇਗਾ ਤੂੰ ਝੂਠ ਤੇ ਚੱਲੇਗਾ, ਸਰੀਰ ਝੂਠ ਹੈ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਏ, ਜੋ ਰਾਖੇ ਕਿਰਪਾ ਥਾਰ ਤਿਵੈ ਸੁਖ ਪਾਈਏ। ਔਰ ਰੱਖਣਾ ਮਾਲਕ ਪਰਮਾਤਮਾ ਨੇ ਹੈਗਾ। ਜਿਉਂ ਰਾਖੇ ਕਿਰਪਾ ਧਾਰ। ਹੁਣ ਮਾਲਕ ਪਰਮਾਤਮਾ ਨੂੰ ਕਹਿ ਰਹੇ ਭਈ ਮਾਲਕਾ ਤੂੰ ਜਿਸ ਤਰ੍ਹਾਂ ਵੀ ਰੱਖਦਾ ਹੈ ਬਸ ਕਿਰਪਾ ਧਾਰ ਤਿਵੇਂ ਸੁਖ ਪਾਏ। ਮਾਲਕ ਨੇ ਕਿਰਪਾ ਕਰਕੇ ਰੱਖਣਾ ਆ, ਮਾਲਕ ਨੇ ਕਿਰਪਾ ਕਰਕੇ ਰੱਖਣਾ ਆ। ਔਰ ਉਹ ਕਿਰਪਾ ਜਿਹੜੀ ਹੈਗੀ ਐਸੀ ਜਗ੍ਹਾ ਤੇ ਰੁਕੀ ਹੋਈ ਹੈ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਏ। ਉਹ ਨਿਰਮਲ ਬਾਬੇ ਦੇ ਅਨੁਸਾਰ ਜਿਹੜੀ ਹੈਗੀ ਕਿਰਪਾ ਇੱਥੇ ਹੀ ਰੁਕੀ ਹੋਈ ਹੈ ਭਾਈ। ਮਨਹੁ ਨਾ ਨਾਮ ਵਿਸਾਰ ਅਹਨਿਸ ਧਿਆਈਏ, ਜੋ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਏ। ਮਾਲਕ ਨੇ ਆਟੋਮੈਟਿਕਲੀ ਜਿਹੜਾ ਹੈਗਾ ਜਿਉਂ-ਜਿਉਂ ਤੇਰੇ ਅੰਦਰ ਜਿਹੜੀ ਆ ਜਿਹੜਾ ਪ੍ਰੈਕਟੀਕਲ ਤੂੰ ਕੀਤਾ ਤੇ ਤੇਰੇ ਅੰਦਰ ਜਿਹੜੀ ਹੈਗੀ ਸੁੱਖ ਹੋਣਾ ਲਾਜ਼ਮੀ ਹੈਗਾ।
ਕਿਰਪਾ ਹੋਣੀ ਲਾਜ਼ਮੀ ਹੈਗੀ। ਆਪਣਾ ਕੰਮ ਸਿਰਫ ਇੰਨਾ ਹੀ ਹੈਗਾ, ਮਨੋ ਨਾ ਨਾਮ ਵਿਸਾਰ ਐਨਿਸ ਧਿਆਈਏ। ਜੋ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਏ। ਨਾਮ ਵਿਸਾਰਨਾ ਕੀ ਹੈਗਾ? ਸਮਰਨ ਕਰਨਾ ਆਪਣੇ ਆਪ ਨੂੰ, ਬਈ ਆਪਾਂ ਆਤਮਾ ਹੈਗੇ ਹਾਂ, ਅੰਦਰ ਉਹੀ ਪਰਮਾਤਮਾ ਹੈਗਾ ਅੰਦਰ, ਮੈਂ ਸਰੀਰ ਨਹੀਂ ਹੈਗਾ। ਮਨੋ ਨਾ ਨਾਮ ਵਿਸਾਰ ਐਨਿਸ ਧਿਆਈਏ। ਜਿਉ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਏ। ਆਹੀ ਹੈਗਾ ਸਾਰਾ ਕੁਛ, ਆਹੀ ਹੈਗੀ ਭਾਈ, ਆਹੀ ਹੈਗਾ ਸਾਰਾ ਕੁਛ ਇਹੀ ਹੈਗਾ ਬਸ। ਸਪਿਰਚੁਅਲ ਜਰਨੀ ਆਹੀ ਹੈਗੀ, ਸਪਿਰਚੁਅਲ ਜਰਨੀ, ਔਰ ਜਾਂ ਕਹਿ ਲਓ ਬਈ ਸੰਸਾਰ ਦੀ ਜਰਨੀ, ਸਾਰਾ ਕੁਛ ਆਹੀ ਹੈਗਾ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਆਪਣੇ ਕੋਲ ਆਹੀ ਸੋਟੀ ਹੈਗੀ, ਮਨੋ ਨਾ ਨਾਮ ਵਿਸਾਰ। ਆਹੀ ਸੋਟੀ ਹੈਗੀ ਜਿਹਦੇ ਨਾਲ ਆਪਾਂ ਨੇ ਟੋਣਾ ਹੈਗਾ, ਰਸਤਾ ਆਪਾਂ ਨੇ ਆਪ ਬਣਾਉਣਾ ਹੈਗਾ। ਇਹ ਸਪਿਰਚੁਅਲ ਜਰਨੀ ਅੰਦਰ ਹੈ, ਆਪ ਕਰਨੀ ਆਪਾਂ ਨੇ। ਆ ਨਾਮ ਨੇ ਆਪਾਂ ਨੂੰ ਟੋ ਕੇ ਜਿਹੜਾ ਹੈਗਾ ਬਈ ਆਪਾਂ ਨੂੰ ਰਸਤਾ ਬਣਨਾ ਹੈ ਭਾਈ। ਇਹਦੇ ਨਾਲ ਟੋ ਕੇ ਆਪਾਂ ਅੰਧੇ ਹੈਗੇ ਆ ਸਪਿਰਚੁਅਲ ਰਸਤੇ ਤੇ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਰੋਜ਼ ਇਹ ਸੋਟੀ ਦੇ ਨਾਲ ਰੋਜ਼ ਚੱਲਣਾ ਹੈ। ਮਨੋ ਨਾ ਨਾਮ ਵਿਸਾਰ ਐਨਿਸ ਧਿਆਈਏ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਇਹ ਸਾਹਿਬ ਦੀ ਟੇਕ ਆ, ਮਾਲਕ ਦੀ ਸੋਟੀ ਆ, ਮਾਲਕ ਨੇ ਤੈਨੂੰ ਟੇਕ ਦਿੱਤੀ ਹੋਈ ਆ। ਜੇ ਤਾਂ ਇਹ ਟੇਕ ਦੇ ਨਾਲ ਹਾਂਜੀ ਸੁਰਤ ਵਾਲੀ ਸੋਟੀ ਹੈ, ਸੁਰਤ ਵਾਲੀ ਸੋਟੀ ਹੈ ਨਾ, ਸੁਰਤੀ ਵਾਲੀ। ਹਾਂ ਸੁਰਤ ਵਾਲੀ ਸੋਟੀ। ਸੁਰਤ ਜਿਹੜੀ ਹੈਗੀ ਆ, ਸੁਰਤ ਤਾਂ ਬੰਦ ਹੋ ਜਾਏਗੀ ਜੀ। ਠੀਕ ਹੈ ਜੀ। ਹਾਂ ਸੁਰਤ ਬੰਦ ਹੋ ਜਾਏਗੀ। ਨਾਮ ਵਾਲੀ ਸੋਟੀ ਜੀ। ਹਾਂ ਨਾਮ ਵਾਲੀ ਸੋਟੀ ਹੈਗੀ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਕਹਿੰਦੇ ਆਹੀ ਹੈ ਲੱਕੜੀ ਪਾਈ, ਇਹੀ ਹੈ ਟੋ ਕੇ, ਇਹੀ ਹੈ ਟੋਣ ਵਾਲੀ ਚੀਜ਼, ਇਹੀ ਹੈ ਟੋਣ ਵਾਲੀ ਚੀਜ਼। ਇਹਨੇ ਇਹ ਨਹੀਂ ਹੈਗੀ ਤੇ ਆਪਾਂ ਨਹੀਂ ਰਸਤਾ ਆਪਾਂ ਤੁਰ ਹੀ ਨਹੀਂ ਸਕਦੇ ਭਾਈ। ਹਰਡਲਸ ਜਿਹੜੀਆਂ ਪਈਆਂ ਮਾਇਆ ਦੇ ਤਾਂ ਇੰਨੇ ਜਿਹੜੇ ਹੈਗੇ, ਤੁਸੀਂ ਵਿਸਾਰ ਕੇ ਦੇਖੋ ਨਾਮ ਨੂੰ ਤਾਂ ਸੈਕਿੰਡ ਦੇ ਵਿੱਚ ਤਾਂ ਮਾਇਆ ਘੇਰ ਲੈਂਦੀ ਹੈ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਵਾਹ ਕਮਾ ਲਿਆ। ਦੇਖੋ ਮੋਹਣੀ ਤਾਂ ਤਿਆਰ ਬੈਠੀ ਹੋਈ ਆ। ਬਸ ਜੇ ਆ ਟੇਕ ਹੈਗੀ, ਜੇ ਲਕਟੀ ਹੈਗੀ, ਜੇ ਧਿਆਨ ਹੈਗਾ, ਜੇ ਮਾਲਕ ਅੰਦਰ ਹੈਗਾ, ਯਾਦ ਹੈਗਾ ਮਾਲਕ, ਜੇ ਆਪਣੀ ਆਤਮਾ ਦੇ ਨਾਲ ਬੈਠੇ, ਮਜ਼ਾ ਲਿਆ ਜਿਹੜਾ ਹੈਗਾ ਇਹ ਮੋਜ ਹੈ, ਇਹ ਜਿਹੜੀ ਆਪਾਂ ਨੂੰ ਫੜ ਲੈ। ਰਹੋ ਸਾਹਿਬ ਕੀ ਟੇਕ। ਕਹਿੰਦੇ ਮੈਂ ਤਾਂ ਉਸ ਮਾਲਕ ਪਰਮਾਤਮਾ ਦੀ ਆ ਟੇਕ ਹੈਗੀ, ਮੇਰੇ ਕੋਲ ਸੋਟੀ ਹੈਗੀ ਭਾਈ, ਇਹਦੇ ਨਾਲ ਮੈਂ ਚੱਲਦੇ ਰਹਿਣਾ। ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਰਹਾਓ ਮਾੜੀ ਜਿਹੀ ਸੋਟੀ ਘੁਮਾ ਦੇਣਾ ਹੈ, ਪਾਸੇ ਹੋ ਜਾਂਦੀ ਹੈ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ। ਰਹਾਓ ਜਹ ਦੇਖੋ ਤੈ ਨਾਲ ਗੁਰੇ ਦਿਖਾ ਲਿਆ। ਦੇਖ ਲਓ ਭਾਈ, ਆ ਗੁਰੂ ਨੇ ਦਿਖਾ ਦਿੱਤਾ ਅੰਦਰ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਆ ਗੁਰੂ ਨੇ ਅੰਦਰ ਦਿਖਾ ਦਿੱਤਾ ਭਾਈ। ਆਹੀ ਦੱਸਿਆ ਗੁਰੂ ਨੇ, ਮਨੋ ਨਾ ਨਾਮ ਵਿਸਾਰ ਐਨਿਸ ਧਿਆਈਏ। ਜੈ ਦੇਖੋ ਤਹ ਨਾਲ। ਬਸ ਆਪਣੀ ਆਤਮਾ ਤਾਂ ਆਪਣੇ ਨਾਲ ਹੈ, ਆਪਾਂ ਹੀ ਤਾਂ ਹੈਗੇ ਆ ਅੰਦਰ, ਆਪਣੇ ਅੰਦਰ। ਉੱਥੇ ਤੱਕ ਦੀ ਜਰਨੀ ਹੈਗੀ ਆ। ਜਹ ਦੇਖੋ ਤਹ ਨਾਲ ਗੁਰੇ ਦਿਖਾ ਲਿਆ। ਆਤਮਾ ਨੂੰ ਤਾਂ ਪ੍ਰਗਟ ਕਰਨਾ ਹੈ ਆਪਾਂ ਨੇ ਭਾਈ। ਜਹ ਦੇਖੋ ਤਹ ਨਾਲ ਗੁਰੇ ਦਿਖਾ ਲਿਆ। ਅੰਤਰ ਬਾਹਰ ਪਹਾੜ ਸ਼ਬਦੇ ਨਿਹਾਲਿਆ। ਕਿਵੇਂ ਦਿਖਾ ਲਿਆ? ਸ਼ਬਦ ਦੇ ਦੁਆਰਾ ਭਾਈ। ਸ਼ਬਦ ਸਟਾਰਟ, ਧਿਆਨ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਜਹ ਦੇਖੋ ਤਹ ਨਾਲ ਗੁਰੇ ਦਿਖਾ ਲਿਆ। ਅੰਤਰ ਬਾਹਰ ਪਹਾੜ ਸ਼ਬਦੇ ਨਿਹਾਲਿਆ। ਕਹਿੰਦੇ ਸ਼ਬਦ ਦੇ ਦੁਆਰਾ ਅੰਤਰ
ਔਰ ਦੇਖੋ ਇਸ ਤਰ੍ਹਾਂ ਇਹ ਪੋਇਟਰੀ ਹੈਗੀ, ਇਹ ਹੈਗੀ ਕਹਿੰਦੇ ਅੰਤਰ ਸ਼ਬਦੇ ਨਿਹਾਲਿਆ ਬਾਹਰ ਪਹਾੜ, ਕਹਿੰਦੇ ਬਾਹਰ ਬਥੇਰਾ ਪਹਾੜ ਪਾੜ ਕੇ ਦੇਖ ਲਿਆ, ਅੰਦਰ ਜਦ ਵੜਿਆ ਸ਼ਬਦ ਦੇ ਦੁਆਰਾ ਉਹ ਜਿਹੜਾ ਹੈਗਾ ਆਤਮਾ ਦੇ ਦਰਸ਼ਨ ਹੋ ਗਏ। ਜਹਾਂ ਦੇਖੋ ਤਹ ਨਾਲ ਗੁਰੇ ਦਿਖਾ ਲਿਆ, ਅੰਤਰ ਬਾਹਰ ਪਹਾੜ ਸ਼ਬਦੇ ਨਿਹਾਲਿਆ। ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਸੇਵੀ ਸਤਿਗੁਰ ਪਾਏ, ਆਈ ਸੇਵਾ ਹੈਗੀ ਪਾਏ, ਆਈ ਸੇਵਾ ਹੈਗੀ। ਇਸੇ ਨੂੰ ਬਾਰ-ਬਾਰ ਬਾਣੀ ਸੇਵ ਸੇਵੈ ਸੇਵੀ, ਆ ਬਾਰ-ਬਾਰ ਸੇਵੈ ਵਰਡ ਬਾਰ-ਬਾਰ ਆਊਗਾ, ਬਾਰ-ਬਾਰ ਆਊਗਾ। ਇਹੀ ਸਤਿਗੁਰੂ ਦਾ ਸਤਿਗੁਰ ਪਾਏ ਆ, ਸਤਿਗੁਰੂ ਦੀ ਇਹੀ ਭਾਵਨਾ ਹੈਗੀ ਆ। ਸਤਿਗੁਰ ਪਾਏ, ਜਿਵੇਂ ਸਤਿਗੁਰੂ ਕਹਿ ਰਹੇ ਉਵੇਂ, ਜਿਵੇਂ ਗਿਆਨ ਕਹਿ ਰਿਹਾ। ਆ ਗਿਆਨ ਇਹ ਸਾਰੀ ਆਪਾਂ ਜੋ ਬ੍ਰਹਮ ਗਿਆਨ ਆਪਾਂ ਲੈ ਰਹੇ ਹਾਂ, ਇਹੀ ਹੈਗੀ ਸਤਿਗੁਰੂ ਦਾ, ਸਤਿਗੁਰੂ ਦੀ ਇੱਛਾ, ਭਾਵਨਾ, ਮਤ। ਸਤਿਗੁਰ ਪਾਏ ਇੱਥੇ ਗੁਰਮਤਿ ਲਿਖ ਦਿੰਦੇ, ਸੇਵੀ ਗੁਰਮਤਿ, ਪਰ ਫਿਰ ਉਹ ਪੋਇਟਰੀ ਪੂਰੀ ਨਹੀਂ ਹੋਣੀ ਸੀਗੀ, ਵਜਨ ਘਟ ਜਾਣਾ ਸੀ ਵਜਨ। ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੇਂ ਰਜਾਏ ਪਰਮ ਪਉ ਪੰਜਨਾ। ਤੁਧ ਭਾਵੈ ਤਿਵੇਂ ਰਜਾਏ, ਜਿਵੇਂ ਤੈਨੂੰ ਪਾਉਂਦਾ ਆ, ਤੇਰੀ ਮਰਜ਼ੀ ਆ। ਤੁਧ ਭਾਵੈ ਤਿਵੇਂ ਰਜਾਏ ਪਰਮ ਪਉ ਪੰਜਨਾ। ਇਸੇ ਦੇ ਨਾਲ ਇਹ ਮਾਇਆ ਭਰਮ, ਇਹ ਡਰ ਮਾਇਆ ਦਾ, ਇਹ ਦੂਰ ਹੋ ਜਾਣਾ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੁਧ ਭਾਵੈ ਤਿਵੈ ਰਜਾਏ। ਕਿਉਂਕਿ ਆਪਣਾ ਕੰਮ ਹੈਗਾ ਭਾਈ, ਆਪਣਾ ਕੰਮ ਹੈਗਾ ਚੱਲਣਾ ਕਰਨਾ, ਬਸ ਅੱਗੇ ਮਾਲਕ ਦੀ ਜੋ ਦੇਣਾ ਹੈ, ਜੋ ਕੁਛ ਹੋਣਾ ਹੈ, ਉਹ ਮਾਲਕ ਦੀ ਮਰਜ਼ੀ ਹੈ। ਤੁਧ ਭਾਵੈ ਤਿਵੈ ਰਜਾਏ ਪਰਮ ਪਉ ਪੰਜਨਾ। ਜਨਮਤ ਹੀ ਦੁੱਖ ਲਾਗੈ ਮਰਨਾ ਆਇਕੈ। ਜਨਮ ਹੋ ਗਿਆ ਭਾਈ, ਉਸ ਤੋਂ ਬਾਅਦ ਜਿਹੜੀ ਹੈਗੀ ਹੌਲੀ ਹੌਲੀ ਸ਼ੁਰੂ ਹੋ ਜਾਂਦੀ ਹੈ ਮਾਇਆ। ਜਨਮਤ ਹੀ ਦੁੱਖ ਲਾਗੈ ਮਰਨਾ ਆਇਕੈ, ਔਰ ਨਿਰਧਾਰਿਤ ਹੈਗਾ ਭਾਈ, ਆਏ ਆ ਤੇ ਮਰਨਾ ਤਾਂ ਜ਼ਰੂਰੀ ਹੈਗਾ। ਨਹੀਂ ਜਿਹੜੇ ਹੈਗੇ ਆਪਾਂ ਕੁਛ ਕਰਾਂਗੇ, ਆ ਨਹੀਂ ਜਿਹੜਾ ਹੈਗਾ ਆ ਜੋ ਮਹਾਰਾਜ ਕਹਿ ਰਹੇ ਮਨੋ ਨਾ ਨਾਮ ਵਿਸਾਰ ਅਹਨਿਸ ਧਿਆਈ ਹੈ, ਤੇ ਫਿਰ ਜਿਹੜਾ ਹੈਗਾ ਭਾਈ ਫਿਰ ਤਾਂ ਕੋਈ ਜਿਹੜਾ ਹੈਗਾ ਇਹ ਆਤਮਿਕ ਮੌਤ ਹੋ ਜਾਏਗੀ ਆਪਣੀ। ਦੁਨੀਆ ਦੇ ਵਿੱਚ ਆਏ ਆ ਤੇ ਕੁਛ ਕੀਤਾ ਹੀ ਨਹੀਂ ਆਪਾਂ ਨੇ। ਜਨਮਤ ਹੀ ਦੁੱਖ ਲਾਗੇ ਮਰਨਾ ਆਇਕ ਹੈ, ਜਨਮ ਮਰਨ ਪਰਵਾਨ ਹਰ ਗੁਣ ਗਾਇਕ ਹੈ। ਤੇ ਜਨਮ ਮਰਨ ਪਾਏ ਤੇਰਾ ਜਿਹੜਾ ਆਇਆ ਹੈ ਦੁਨੀਆ 'ਚ, ਇਹ ਜਨਮ ਲਿਆਇਆ ਪ੍ਰਮਾਣ ਹੋ ਜਾਏਗਾ ਪਿਆਰਿਆ, ਜੇ ਤੂੰ ਕਿਤੇ ਮਨੋ ਨਾ ਨਾਮ ਵਿਸਾਰ ਅਹਨਿਸ ਧਿਆਈ, ਜੇ ਤੂੰ ਕਿਤੇ ਹਰ ਗੁਣ ਗਾ ਲਏਗਾ। ਹਉ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ, ਹਉ ਨਾਹੀ ਤੂੰ ਹੋਵੇਂ। ਇਹ ਜਦ ਧਿਆਨ ਸਿਮਰਨ ਕਰਦਾ ਹੈ ਇਨਸਾਨ, ਤੇ ਬਸ ਆ ਸਟੇਜ ਆ ਜਾਂਦੀ ਹੈ। ਫਿਰ ਜਿਹੜੀ ਹੈਗੀ ਹਉਮੈ ਜਿਹੜੀ ਹੈਗੀ ਉਹ ਘਟਣ ਲੱਗ ਜਾਂਦੀ ਹੈ। ਹਉ ਨਾਹੀ ਤੂੰ ਹੋਵੇਂ, ਬਸ ਮੈਂ ਨਹੀਂ ਹੈਗਾ, ਤੂੰ ਹੀ ਹੈਗਾ ਆ। ਤੁਧ ਹੀ ਸਾਜਿਆ, ਇਸ ਤਰ੍ਹਾਂ ਮਾਲਕ ਸਾਜ ਦਿੱਤਾ, ਮਾਲਕ ਨੇ ਸਵਾਰ ਦਿੱਤਾ, ਮਾਲਕ ਪਰਮਾਤਮਾ ਨੇ। ਆਪੇ ਥਾਪ ਉਥਾਪ ਸ਼ਬਦੇ ਨਿਵਾਜਿਆ, ਕਿਵੇਂ ਥਾਪਤਾ, ਕਿਵੇਂ ਜਿਹੜਾ ਹੈਗਾ ਸਾਜ ਦਿੱਤਾ, ਸਵਾਰ ਦਿੱਤਾ, ਨਿਵਾਸ ਦਿੱਤਾ ਪਾਏ। ਉਹਨੇ ਤਾਂ ਗਰੀਬ ਨਿਵਾਸ ਦਿੱਤਾ, ਗਰੀਬ ਨੂੰ ਪੈਦਾ ਕਰਕੇ, ਔਰ ਉਹੀ ਉਥਾਪ ਦਿੰਦਾ ਹੈ। ਆਪੇ ਥਾਪ ਉਥਾਪ ਸ਼ਬਦੇ ਨਿਵਾਜਿਆ, ਸ਼ਬਦ ਦੇ ਦੁਆਰਾ ਨਿਵਾਸ ਦਿੰਦਾ ਹੈ ਮਾਲਕ ਪਰਮਾਤਮਾ। ਆ ਹੈ ਮਾਲਕ ਪਰਮਾਤਮਾ ਦੀ ਗੇਮ। ਨਹੀਂ ਤਾਂ ਫਿਰ ਜਿਹੜਾ ਹੈਗਾ ਦੇਖੋ ਸਰੀਰ ਨੇ ਤਾਂ ਜਾਣਾ ਹੀ ਜਾਣਾ ਹੈ। ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ, ਦੇਹੀ ਨੇ ਤਾਂ ਭਸਮ 'ਚ ਰੁਲ ਜਾਣਾ ਭਾਈ। ਦੇਹੀ ਨੂੰ ਭਸਮ 'ਚ ਰੁਲਾ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਭਾਈ। ਉਹ ਅੰਦਰ ਜਿਹੜਾ ਸੀਗਾ ਜੋਤ, ਜਿਹੜਾ ਨੂਰ, ਜੀਵ, ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ, ਨਹੀਂ ਪਤਾ ਕਿੱਧਰ ਨੂੰ ਚਲਾ ਗਿਆ ਭਾਈ।
ਜਾਪੀ ਦਾ ਮਤਲਬ ਹੈਗਾ ਜਾਪਣਾ ਨਹੀਂ, ਜਪਣਾ ਨਹੀਂ। ਜਾਪੀ ਦਾ ਮਤਲਬ ਪਤਾ ਨਹੀਂ ਕਿੱਧਰ, ਮੈਨੂੰ ਨਹੀਂ ਜਾਪਦਾ ਕਿੱਥੇ ਆ। ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ, ਆਪੇ ਰਹਾ ਸਮਾਏ ਸੋ ਵਿਸਮਾਦ ਪਿਆ। ਪਰ ਉਹ ਮਾਲਕ ਪਰਮਾਤਮਾ ਦਾ ਸਮਾਇਆ ਹੋਇਆ ਪੂਰਾ ਅੰਦਰ ਬਾਹਰ ਹਰ ਜਗ੍ਹਾ ਤੇ। ਕਹਿੰਦੇ ਮਾਲਕਾ ਇਹ ਤਾਂ ਤੇਰਾ ਜਿਹੜਾ ਹੈਗਾ ਬੜਾ ਹੈਰਾਨੀ ਵਾਲੀ ਹੈਗੀ, ਆਸ਼ਚਰਜਨਕ ਗੇਮ ਹੈ ਤੇਰੀ। ਇਹ ਜਿਹੜੀ ਗੇਮ ਤੇਰੀ ਜਿਹੜੀ ਹੈਗੀ, ਇਹ ਭੇਤ ਤੇਰਾ ਜਿਹੜਾ ਹੈਗਾ, ਤੂੰ ਅੰਦਰ ਬਾਹਰ ਹਰ ਜਗ੍ਹਾ ਹਮੇਸ਼ਾ ਹੀ ਅਵੇਲੇਬਲ ਹੈਗਾ। ਔਰ ਜਿਹੜਾ ਹੈਗਾ ਜੀਓ ਕਿੱਥੇ ਚਲੇ ਜਾਂਦਾ ਹੈ, ਇਹ ਜਿਹੜੀ ਹੈਗੀ ਪਾਵਰ ਕਿੱਥੇ ਉੱਡ ਜਾਂਦਾ ਹੈ। ਦੇਹੀ ਭਸਮ ਰੁਲਾਏ ਨਾ ਜਾਪੀ ਕਹਿ ਗਿਆ, ਨਹੀਂ ਪਤਾ ਲੱਗਦਾ ਕਿੱਧਰ ਗਿਆ, ਕਹਿ ਗਿਆ ਕਿੱਥੇ ਗਿਆ। ਆਪੇ ਰਹਾ ਸਮਾਏ ਸੋ ਵਿਸਮਾਦ ਪਿਆ। ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ। ਕਹਿੰਦੇ ਤੂੰ ਤਾਂ ਦੂਰ ਹੈ ਹੀ ਨਹੀਂ ਮਾਲਕਾ, ਸਾਰਾ ਕੁਛ ਤਾਂ ਤੂੰ ਹੀ ਹੈਗਾ। ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ। ਔਰ ਤੂੰ ਸਾਰਾ ਕੁਛ ਜਾਣਦਾ ਹੈ, ਸਾਰਾ ਕੁਛ ਜਾਣਦਾ, ਅੰਦਰ ਬਾਹਰ ਹਰ ਚੀਜ਼ ਨੂੰ, ਤੈਨੂੰ ਹਰੇਕ ਚੀਜ਼ ਤੇਰੀ ਜਾਣਕਾਰੀ 'ਚ। ਤੂੰ ਦੇਖ ਰਿਹਾ ਹੈ, ਬੁੱਝ ਰਿਹਾ, ਸਮਝ ਰਿਹਾ ਹਰ ਚੀਜ਼ ਨੂੰ। ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ। ਗੁਰਮੁਖ ਹੈ ਵੇਖ ਹਦੂਰ ਅੰਤਰ ਵੀ ਤੂੰ ਹੈ। ਬਸ ਕਹਿੰਦੇ ਦੇਖ ਲਾ ਪਿਆਰਿਆ, ਗੁਰੂ ਦੇ ਅਨੁਸਾਰ ਚੱਲ ਪਾ। ਜੋ ਗੁਰੂ ਕਹਿ ਰਿਹਾ ਆ ਉਸ ਅਨੁਸਾਰ ਚੱਲ ਪਾ। ਮੈਂ ਹਰ ਨਾਮ ਲੱਕੜੀ ਟੋਹਣੀ। ਦੇਖ ਲਾ ਮਾਲਕ ਪਰਮਾਤਮਾ, ਵੇਖ ਹਦੂਰ, ਤੂੰ ਉਹਦੀ ਹਜ਼ੂਰੀ 'ਚ ਹੀ ਹੈ। ਅੰਤਰ ਵੀ ਤੂੰ ਹੈ, ਅੰਦਰ ਵੀ ਉਹੀ ਮਾਲਕ ਪਰਮਾਤਮਾ ਹੀ ਹੈਗਾ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ। ਮਾਲਕਾ ਮੇਰੀ ਮਿਹਰ ਕਰ, ਮੇਰੀ ਮਦਦ ਕਰ, ਮੇਰੇ ਉੱਤੇ ਮਿਹਰ ਕਰ। ਮੈਨੂੰ ਨਾਮ ਦੇ ਵਿੱਚ ਨਿਵਾਸ ਦੇ ਦੇ, ਮੈਨੂੰ ਦੇ ਦੇ ਉਹ ਲੱਕੜੀ ਟੋਹਣੀ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਮੇਰੇ ਅੰਦਰ ਸ਼ਾਂਤੀ ਵਰਤ ਜਾਏ। ਪਰਮਾਤਮਾ ਯਾਦ ਹੈ ਆਪਾਂ ਨੂੰ, ਧਿਆਨ ਹੈਗਾ ਅਤੇ ਸ਼ਾਂਤ ਹੈ ਆਪਾਂ। ਜਿੱਥੇ ਜਿਹੜਾ ਹੈਗਾ ਇਹ ਸੋਟੀ ਜਿਹੜੀ ਹੈਗੀ ਛੁੱਟ ਗਈ, ਬਸ ਅਸ਼ਾਂਤੀ ਸ਼ੁਰੂ ਹੋ ਜਾਏਗੀ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ। ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ। ਮਾਲਕਾ ਮੇਰੇ ਉੱਤੇ ਮਿਹਰ ਕਰ, ਮੈਨੂੰ ਗੁਰੂ ਦੀ ਮੱਤ ਦੇ। ਮੈਂ ਤੇਰੇ ਗੁਣ ਗਾ ਸਕਾਂ, ਮੈਂ ਤੇਰੇ ਗੁਣ ਗਾ ਸਕਾਂ, ਮੈਂ ਤੇਰੇ ਗੁਣ ਗ੍ਰਹਿਣ ਕਰ ਸਕਾਂ। ਮੈਂ ਇਹ ਸੋਟੀ ਜਿਹੜੀ ਆਪਣੇ ਹੱਥ ਦੇ ਵਿੱਚ ਹੀ ਰੱਖਾਂ। ਮੈਨੂੰ ਗੁਰੂ ਦੀ ਮੱਤ ਵੀ ਦੇ, ਸਤਿਗੁਰ ਮੱਤ ਦੇ। ਮੈਨੂੰ ਸਤਿਗੁਰੂ ਦੀ ਮੱਤ ਚਾਹੀਦੀ ਆ। ਗੁਣ ਗਾਵੇ ਨਾਨਕ ਦਾਸ ਸਤਿਗੁਰ ਮੱਤ ਦੇ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ। ਗੁਣ ਗਾਵੇ ਨਾਨਕ ਦਾਸ ਸਤਿਗੁਰ ਮੱਤ ਦੇ। ਹਾਂਜੀ, ਪਹਿਲੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਸੀਗੀਆਂ, ਹੁਣ ਤੀਸਰੀ ਪਾਤਸ਼ਾਹੀ ਦੀਆਂ ਅਸ਼ਟਪਦੀਆਂ ਸ਼ੁਰੂ ਹੋ ਰਹੀਆਂ। 753 ਅੰਗ ਦੇ ਉੱਤੇ 753। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ, ਇੱਕ ਓਂਕਾਰ, ਸਤਿਗੁਰ ਪ੍ਰਸਾਦ। ਪਹਿਲੇ ਘਰ 'ਚ ਕਹਿੰਦੇ ਪੂਰੀ ਲਾਈਨ ਪੜ੍ਹ ਲਓ। ਉਸ ਪੂਰੀ ਲਾਈਨ ਨੂੰ ਜਿਸ ਤਰ੍ਹਾਂ ਮਰਜ਼ੀ ਵਿਚਾਰਨਾ ਹੈਗਾ। ਜਦ ਉਹਦੇ ਭਾਵਾਰਥ ਲੈਣਾ ਹੈ, ਜਦ ਉਹਨੂੰ ਬੁੱਝਣਾ ਹੈਗਾ, ਤੇ ਸਾਰੀ ਲਾਈਨ ਨੂੰ ਇਕੱਠਾ ਬੁੱਝਣਾ ਹੈਗਾ। ਇਹਨੂੰ ਕਹਿੰਦੇ ਘਰ ਪਹਿਲਾ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਨਾਮੈ ਹੀ ਤੇ ਸਭ ਕਿਛ ਹੋਆ, ਕਹਿੰਦੇ ਨਾਮ, ਇਹ ਸਾਰਾ ਕੁਛ, ਜੋ ਕੁਛ ਵੀ ਦੁਨੀਆ 'ਚ, ਜੋ ਕੁਛ ਵੀ ਸ੍ਰਿਸ਼ਟੀ, ਜੋ ਕੁਛ ਵੀ ਇਹ ਗੇਮ, ਇੰਨੇ ਜੀਵ 84 ਲੱਖ ਜੂਨਾ, ਇਹ ਸਾਰੀ ਮਾਇਆ, ਸਾਰੀ ਰਚਨਾ ਪੰਜਾਂ ਤੱਤਾਂ ਦੀ, ਇਹ ਸਾਰਾ ਕੁਛ ਜੀਵ ਔਰ ਆਤਮਾ ਦਾ ਮਿਲਨ, ਖਾਕ ਨੂਰ ਕਰਦੰਗ, ਇਹ ਸਾਰਾ
ਨਾਮ ਦੇ ਵਾਸਤੇ ਹੋਇਆ ਹੈ ਭਾਈ। ਨਾਮੇ ਹੀ ਤੇ ਸਭ ਕੁਛ ਹੁਆ, ਔਰ ਨਾਮ ਬਿਨ ਸਤਿਗੁਰ ਨਾਮ ਨਾ ਜਾਪੈ। ਸਤਿਗੁਰੂ ਤੋਂ ਬਗੈਰ ਜਿਹੜਾ ਹੈਗਾ ਨਾਮ ਦੇ ਬਾਰੇ ਨਹੀਂ ਪਤਾ ਲੱਗਦਾ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੈ ਸਾਧ ਨਾ ਜਾਪੈ। ਔਰ ਇਹ ਸ਼ਬਦ ਜਿਹੜਾ ਹੈਗਾ, ਗੁਰੂ ਦਾ ਸ਼ਬਦ ਇੰਨਾ ਮਿੱਠਾ ਹੈਗਾ, ਚਖੇ ਬਗੈਰ ਆਪਾਂ ਨੂੰ ਇਹਦਾ ਪ੍ਰੈਕਟੀਕਲ ਕੀਤੇ ਬਗੈਰ ਸਵਾਦ ਨਹੀਂ ਪਤਾ ਲੱਗੇਗਾ। ਸ਼ਬਦ ਅਭਿਆਸ ਤਾਂ ਕਰਨਾ ਪਊਗਾ ਭਾਈ। ਇਹ ਨਾਮ ਵਾਲੀ ਸੋਟੀ ਜਿਹੜੀ ਹੈਗੀ ਲੈ ਕੇ ਤੁਰਨਾ ਪਊਗਾ ਆਪਾਂ ਨੂੰ। ਨਾਮੇ ਹੀ ਤੇ ਸਭ ਕੁਛ ਹੋਆ। ਪਹਿਲੀ ਪਾਤਸ਼ਾਹੀ ਨੇ ਦੇਖੋ ਗਿਆਨ ਦਿੱਤਾ, ਤੇ ਤੀਸਰੀ ਪਾਤਸ਼ਾਹੀ ਦਾ ਗਿਆਨ ਆਇਆ ਤੇ ਸੇਮ ਚੀਜ਼ ਉਹ ਵੀ ਉੱਥੋਂ ਹੀ ਚੱਕ ਰਹੇ ਭਾਈ। ਸੋਟੀ ਫੜ ਲੈ ਨਾਮ ਵਾਲੀ। ਨਾਮ ਹੈ ਤੇ ਨਹੀਂ ਤਾਂ ਜਿਹੜਾ ਹੈਗਾ ਇਹ ਮਾਇਆ ਨੇ ਤੈਨੂੰ ਜਿਹੜਾ ਹੈਗਾ ਨਹੀਂ ਭੱਜਣਾ। ਮਾਇਆ ਨੇ ਰਸਤਾ ਹੀ ਨਹੀਂ ਲੱਭਣਾ ਤੈਨੂੰ, ਕਿੱਧਰ ਨੂੰ ਜਾਣਾ ਹੈ ਤੂੰ। ਅੰਦਰ ਦੀ ਤਾਂ ਯਾਤਰਾ ਹੈਗੀ ਆ। ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ। ਮਹਾਰਸ, ਸਾਰੇ ਰਸ ਫਿੱਕੇ ਇਹਦੇ ਸਾਹਮਣੇ, ਪਰ ਬਿਨ ਚਾਖੇ ਸਾਧ ਨਾ ਜਾਪੈ। ਚਖੇ ਬਗੈਰ ਸਵਾਦ ਨਹੀਂ ਆਏਗਾ। ਔਰ ਆਪਾਂ ਕੀ ਕਰ ਰਹੇ ਹਾਂ? ਦੁਨੀਆ ਦੇ ਪਦਾਰਥ, ਸਾਰੀ ਦੁਨੀਆ ਦੇ ਪਦਾਰਥ ਚੱਖ ਰਹੇ ਹਾਂ, ਸਾਰੇ ਸਵਾਦ ਲੈ ਰਹੇ ਹਾਂ। ਮਹਾਰਾਜ ਕਹਿੰਦੇ ਕੌਡੀ ਆ ਕੌਡੀ, ਸਿਰਫ ਕੌਡੀ ਦਾ ਮੁੱਲ ਆ ਉਹਦਾ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ। ਤੂੰ ਆਪਣੇ ਆਪ ਨੂੰ ਚੀਨਦਾ ਹੀ ਨਹੀਂ ਹੈਗਾ। ਤੂੰ ਆਪਣੇ ਅੰਦਰ ਸੋਟੀ ਲੈ ਕੇ ਵੜਦਾ ਹੀ ਨਹੀਂ ਹੈਗਾ। ਕੌਡੀ ਦੇ ਬਦਲੇ ਜਨਮ ਗਵਾ ਲਿਆ। ਕੌਡੀ ਦੇ ਬਦਲੇ ਇੰਨਾ ਹੀਰੇ ਜੈਸਾ ਜਨਮ ਹੈ। ਰਹਿਣ ਗਵਾਈ ਸੋਇ ਕੈ, ਦਿਵਸ ਗਵਾਇਆ ਖਾਏ। ਕੌਡੀ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਕੌਡੀ ਬਦਲੇ ਜਨਮ ਗਵਾਇਆ। ਆਪਾਂ ਇਸ ਤੋਂ ਜ਼ਿਆਦਾ ਕੀ ਕਰਦੇ ਹਾਂ? ਦੇਖ ਲਓ, ਸੌਂ ਗਏ, ਦਿਨੇ ਖਾ ਪੀ ਲਿਆ, ਬਸ ਚੱਲੀ ਜਾਂਦਾ ਹੈ। ਖਾਣਾ ਪੀਣਾ ਤਾਂ ਚੱਲੀ ਜਾਂਦਾ ਹੈ। ਜਾਂ ਬਾਹਰ ਮਾਇਆ ਦੇ ਜਿਹੜੇ ਹੈਗੇ, ਆਪਾਂ ਮਾਇਆ ਨੂੰ ਜਿਹੜੀ ਹੈਗੀ ਜੋ ਵੀ ਕਰੀ ਜਾ ਰਹੇ ਹਾਂ, ਪੰਜਾਂ ਤੱਤਾਂ ਦੀ ਰਚਨਾ ਨੂੰ, ਉਹਦੇ ਵਿੱਚ ਹੀ ਲੱਗੇ ਰਹਿੰਦੇ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ। ਗੁਰਮੁਖ ਹੋਵੈ ਤਾਂ ਇੱਕੋ ਜਾਣੇ, ਹਉਮੈ ਦੁੱਖ ਨਾ ਸੰਤਾਪੈ। ਕਹਿੰਦੇ ਜੇ ਕਿਤੇ ਆ ਗੁਰੂ ਵਾਲਾ ਹੋ ਜਾਏ, ਗੁਰੂ ਦੀ ਮੱਤ ਲੈ ਲੈ, ਗੁਰੂ ਦੇ ਮੁਖ ਤੋਂ ਜੋ ਗਿਆਨ ਆ ਰਿਹਾ ਆ, ਜੇ ਕਿਤੇ ਇਹਦਾ ਧਾਰਨੀ ਹੋ ਜਾਏ, ਇਹਦਾ ਅਨੁਯਾਈ ਹੋ ਜਾਏ, ਇਸ ਦੇ ਉੱਤੇ ਚੱਲਣਾ ਸ਼ੁਰੂ ਕਰਦਾ ਹੈ, ਤਾਂ ਇੱਕੋ ਜਾਣੇ, ਤਾਂ ਇੱਕ ਨੂੰ ਜਾਣ ਲਏਗਾ ਭਾਈ। ਹਉਮੈ ਦੁੱਖ ਨਾ ਸੰਤਾਪੈ। ਫਿਰ ਹਉਮੈ ਤੇ ਦੁੱਖ ਨਹੀਂ ਸੰਤਾਪੂਗੇ ਭਾਈ, ਸੰਤਾਪ ਨਹੀਂ ਹੋਏਗਾ। ਤਪੇਗਾ ਨਹੀਂ ਫਿਰ ਇਨਸਾਨ। ਬਲਿਹਾਰੀ ਗੁਰੂ ਆਪਣੇ ਵਿਟੋਂ, ਜਿਨ ਸਾਚੇ ਸਿਉ ਲਿਵਲਾਈ। ਬਲਿਹਾਰਿਆ ਮੈਂ ਤਾਂ ਗੁਰੂ ਆਪਣੇ ਤੋਂ, ਜਿਹਨੇ ਮੈਨੂੰ ਸੋਟੀ ਫੜਾ ਦਿੱਤੀ ਭਾਈ। ਇਹ ਸੇਵਾ, ਇਹ ਨਾਮ ਵਾਲੀ ਸੋਟੀ ਫੜਾ ਦਿੱਤੀ ਮੈਨੂੰ, ਇਹ ਟੋਣ ਵਾਲੀ ਸੋਟੀ, ਵੀ ਅੰਦਰ ਯਾਤਰਾ ਕਰ ਇਹਦੇ ਨਾਲ। ਬਲਿਹਾਰੀ ਗੁਰੂ ਆਪਣੇ ਵਿਟੋਂ, ਜਿਨ ਸਾਚੇ ਸਿਉ ਲਿਵ ਲਾਈ। ਸ਼ਬਦ ਚੀਨ ਆਤਮ ਪ੍ਰਕਾਸ਼ਿਆ, ਸਹਿਜੇ ਰਿਹਾ ਸਮਾਈ। ਰਹੋ ਲਓ, ਹੋ ਗਈ ਪ੍ਰਕਾਸ਼, ਹੋ ਗਿਆ ਆਤਮਾ ਦਾ, ਪਹੁੰਚ ਗਿਆ ਆਤਮਾ ਤੱਕ। ਮਨ ਨੂੰ ਵੇਦ ਕੇ ਆਤਮਾ ਤੱਕ ਪਹੁੰਚ ਗਿਆ, ਸ਼ਬਦ ਨੂੰ ਚੀਨਿਆ। ਬਲਿਹਾਰੀ ਗੁਰੂ ਆਪਣੇ, ਦੇਖੋ ਯਾਤਰਾ ਕਿੱਥੋਂ ਸ਼ੁਰੂ ਹੋਈ? ਬਲਿਹਾਰੀ ਗੁਰੂ ਆਪਣੇ ਵਿਟੋਂ। ਆਪਾਂ ਨੂੰ ਕੀ ਪਤਾ ਸੀਗਾ? ਆਪਾਂ ਨੂੰ ਤਾਂ ਨੱਕ ਵੀ ਪੂੰਝਣਾ ਨਹੀਂ ਆਉਂਦਾ। ਬਲਿਹਾਰੀ ਗੁਰੂ ਆਪਣੇ ਵਿਟੋਂ, ਜਿਨ ਸੱਚੇ ਸਾਚੇ ਸਿਉ ਲਿਵ ਲਾਈ। ਸ਼ਬਦ ਚੀਨ ਆਤਮ ਪ੍ਰਗਾਸਿਆ। ਸ਼ਬਦ ਨੂੰ ਚੀਨ ਕੇ ਆਤਮਾ ਦੇ ਵਿੱਚ ਪ੍ਰਕਾਸ਼ ਹੋ ਗਿਆ। ਆ ਸੋਟੀ ਦੇ ਨਾਲ ਤੁਰਦਾ ਗਿਆ, ਪਹੁੰਚ ਗਿਆ ਡੈਸਟੀਨੇਸ਼ਨ ਤੇ। ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ। ਸਹਿਜ ਅਵਸਥਾ ਆ ਗਈ, ਸਮਾਈ ਹੋ ਗਈ ਭਾਈ। ਰਹਾਓ ਹੁਣ ਐਕਸਪਲੇਨ ਕਰਨਗੇ ਪੂਰਾ ਦਾ ਪੂਰਾ। ਇੱਥੇ ਤੱਕ ਜਿਹੜਾ ਹੈਗਾ ਜਿਸਟ, ਸਾਰਾਂਸ਼ ਜਿਹੜੀ ਹੈਗੀ ਸ਼ਬਦ ਦਾ ਸੈਂਟਰਲ ਆਈਡੀਆ ਆ ਗਿਆ। ਗੁਰਮੁਖੇ ਗਾਵ ਹੈ, ਗੁਰਮੁਖੇ ਬੂਝ ਹੈ, ਗੁਰਮੁਖੇ ਸ਼ਬਦ ਵਿਚਾਰ ਹੈ।
ਗੁਰੂ ਦੇ ਰਾਹੀਂ ਗਾਉਣਾ ਕਹਿ ਰਹੇ ਆ। ਇਸੇ ਨੂੰ, ਇਸ ਸੋਟੀ ਨੂੰ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਸ਼ਬਦ ਜਿਹੜੇ ਨੇ ਇਹਨੂੰ ਵਿਚਾਰਨਾ ਹੈ ਭਾਈ, ਇਹ ਬਾਣੀ ਕੀ ਕਹਿ ਰਹੀ ਹੈ ਔਰ ਇਹਨੂੰ ਬੁੱਝਣਾ ਹੈਗਾ। ਗੁਰਮੁਖ ਗਾਵੇ, ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਇਹ ਕੋਈ ਗੁਰਮੁਖ ਬੰਦੇ ਦੀ ਗੱਲ ਨਹੀਂ ਹੋ ਰਹੀ। ਗੁਰੂ ਦੇ ਰਾਹੀਂ, ਇਹ ਗਿਆਨ ਦੇ ਰਾਹੀਂ, ਗੁਰੂ ਦੀ ਇੰਸਟਰਕਸ਼ਨ ਜਿਹੜੀ ਹੈਗੀ ਇਹਦੇ ਦੁਆਰਾ ਤਾਂ ਹੀ ਗਾਇਆ ਜਾ ਸਕਦਾ ਹੈ। ਗਾਉਣਾ ਕੀ ਹੈ? ਗਾਉਣਾ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਪਿਆਰ ਦੇ ਨਾਲ ਜਿਹੜਾ ਹੈਗਾ ਇਹ ਅੰਦਰ ਜਿਹੜਾ ਹੈਗਾ ਆਪਣੇ ਵੜਨਾ। ਇਹ ਧਿਆਨ ਸਿਮਰਨ ਗੁਰਮੁਖੇ ਬੂਝੇ। ਔਰ ਜਿਹੜੀ ਗੁਰੂ ਦੀ ਮੱਤ ਹੈਗੀ ਉਹਨੂੰ ਵੀ ਜਿਹੜਾ ਹੈਗਾ ਗਾਉਣਾ, ਮਤਲਬ ਉਹਨੂੰ ਜਿਹੜਾ ਹੈਗਾ ਬੋਲਣਾ ਜਾਂ ਕੁਛ ਵੀ ਉਹਨੂੰ ਪਿਆਰ ਦੇ ਨਾਲ, ਔਰ ਫਿਰ ਉਹਨੂੰ ਜਿਹੜਾ ਵਿਚਾਰਨਾ ਔਰ ਉਹਨੂੰ ਸਮਝਣਾ ਬੁੱਝਣਾ ਉਹਦੇ ਵਿੱਚੋਂ। ਗੁਰਮੁਖ ਗਾਵੇ, ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਜਿਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਆ ਕੀ ਕਹਿ ਰਹੇ ਭਾਈ? ਜਿਉ ਪਿੰਡ ਸਭ ਗੁਰ ਤੇ ਉਪਜੈ। ਕਹਿੰਦੇ ਗੁਰੂ ਤੋਂ ਜਿਉ ਪਿੰਡ ਜਿਹੜਾ ਹੈਗਾ ਤੇਰਾ ਮਨ, ਤੇਰਾ ਪਿੰਡ ਸਰੀਰ, ਇਹ ਕਹਿੰਦੇ ਰੀਬਿਲਟ ਹੋਣਾ ਹੈ। ਗੁਰ ਤੇ ਉਪਜੈ, ਨਵੇਂ ਸਿਰੇ ਤੋਂ ਪੈਦਾ ਹੋਣਾ ਹੈ, ਰੀਬਿਲਟ ਹੋਣਾ ਹੈ। ਇੰਜਨ ਜਿਹੜਾ ਤੇਰਾ ਰੀਬਿਲਟ ਹੋਣਾ ਹੈ, ਸਾਰਾ ਦਾ ਸਾਰਾ ਸਿਸਟਮ ਤੇਰਾ। ਜੇ ਤੂੰ ਇਸ ਤਰੀਕੇ ਦੇ ਨਾਲ ਆਹ ਕੰਮ ਕਰੇਗਾ ਤਾਂ ਗਿਆਨ ਦੇ ਨਾਲ ਧਿਆਨ, ਇਹ ਦੋਨੋਂ ਚੀਜ਼ਾਂ ਹੋਣਗੀਆਂ ਤੇਰੀਆਂ, ਤੇ ਰੀਬਿਲਟ ਹੋ ਜਾਏਗਾ ਪਿਆਰਿਆ ਗੁਰੂ ਦੇ ਅਨੁਸਾਰ। ਜਿਉ ਪਿੰਡ ਸਭ ਗੁਰ ਤੇ ਉਪਜੈ। ਗੁਰ ਕੈ ਕਹਿੰਦੇ ਨਾ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਹਾਂ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਇੱਥੇ ਜੇ ਇਹ ਆਇਆ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਆਵਾ ਗਵਨ ਮਿਟ ਜਾਏਗਾ ਤੇਰਾ ਪਿਆਰਿਆ, ਜੇ ਤਾਂ ਗੁਰੂ ਦੇ ਘਰ ਜਨਮ ਲੈ ਲੇਗਾ ਤੇ। ਜਿਉ ਪਿੰਡ ਸਭ ਗੁਰ ਤੇ ਉਪਜੈ। ਸਤਿਗੁਰ ਕੇ ਜਨਮੇ ਕੀ ਹੈ ਵੀ ਗੁਰੂ ਦੇ ਅਨੁਸਾਰ। ਅੱਗੇ ਨਹੀਂ ਪਤਾ ਸੀ, ਹੁਣ ਪਤਾ ਲੱਗ ਗਿਆ ਆ ਗੁਰਬਾਣੀ ਕੀ ਕਹਿ ਰਹੀ ਹੈ। ਡਰਾਪ ਕਰ ਦੋ ਸਾਰੇ ਬਾਕੀ ਜੋ ਕੁਛ ਵੀ ਹੈਗਾ ਭਾਈ, ਕੋਈ ਮਹਾਂਪੁਰ, ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ। ਬਸ ਫਿਰ ਆ ਗੁਰਮੁਖ ਸਿਸਟਮ ਦੇ ਵਿੱਚ ਆ ਜਾਓ, ਫਿਰ ਬਾਣੀ ਦੇ ਸਿੱਖ ਬਣ ਜਾਓ ਬਸ। ਜਿਉ ਪਿੰਡ, ਕਿਉਂਕਿ ਬੁੱਧੀ ਆਪਣੇ ਕੋਲੇ, ਬਾਣੀ ਨਹੀਂ ਬੁੱਧੀ ਹੈ। ਬਾਣੀ ਨੂੰ ਬਾਣੀ ਦੇ ਨਾਲ ਵਿਚਾਰੋ ਵੀ ਬਾਣੀ ਕੀ ਕਹਿ ਰਹੀ ਹੈ ਭਾਈ, ਕੀ ਇਹ ਕੰਮ ਕਰਨ ਨੂੰ ਕਹਿ ਰਹੀ ਹੈ, ਉਹਨੂੰ ਐਕਸੈਪਟ ਕਰ ਲਓ, ਕਿੰਤੂ ਪਰੰਤੂ ਮਤ ਕਰੋ। ਜੇ ਕੋਈ ਬੰਦਾ ਵੀ ਕਹਿ ਰਿਹਾ ਕੋਈ ਗੱਲ ਤੇ ਬਾਣੀ ਦੇ ਉੱਤੇ ਤੋਲ ਲਓ। ਬਾਣੀ ਨੂੰ ਵਿਚਾਰਨਾ ਪਊਗਾ, ਬਾਣੀ ਨੂੰ ਬੁੱਝਣਾ ਪਊਗਾ। ਆਪਾਂ ਨੂੰ ਪਤਾ ਤਾਂ ਰਹੇ ਨਾ ਵੀ ਮੇਰੇ ਗੁਰੂ ਦੀ ਇੰਸਟਰਕਸ਼ਨ ਆ ਹੈਗੀ ਆ। ਜਿਉ ਪਿੰਡ ਸਭ ਗੁਰ ਤੇ ਉਪਜੇ, ਗੁਰਮੁਖ ਕਾਰਜ ਸਵਾਰੇ। ਇਸ ਤਰ੍ਹਾਂ ਕਾਰਜ ਸਵਾਰੇ ਜਾਣਾ ਜਿਸ ਕੰਮ ਦੇ ਵਾਸਤੇ ਆਏ ਹਾਂ ਆਪਾਂ। ਨਹੀਂ ਤਾਂ ਫਿਰ ਜਿਹੜੇ ਹੈਗੇ ਬਸ ਅੰਨਿਆਂ ਵਾਂਗੂ ਜਿਹੜੇ ਹੈਗੇ ਬਸ ਚਲੀ ਜਾ ਰਹੇ, ਠੋਕਰਾਂ ਖਾਈ ਜਾ ਰਹੇ। ਮਨਮੁਖ ਅੰਧਾ ਅੰਧ ਕਮਾਵੇ, ਬਿਖ ਖੱਟੇ ਸੰਸਾਰੇ। ਬਸ ਦੇਖ ਲਓ, ਮਨਮੁਖ ਸਿਸਟਮ ਹੈ, ਸੈਕੰਡ ਸਿਸਟਮ ਮਨਮੁਖ ਹੈ। ਇੱਥੇ ਵੀ ਮਨਮੁਖ ਬੰਦੇ ਦੀ ਗੱਲ ਨਹੀਂ ਹੋ ਰਹੀ, ਕੱਖੇ ਨੂੰ ਸਿਆਰੀ ਲੱਗੀ ਹੋਈ ਹੈ। ਕਹਿੰਦੇ ਮਨ ਦੇ ਪਿੱਛੇ ਚੱਲ, ਦੋ ਸਿਸਟਮ ਹੈ ਦੁਨੀਆ 'ਚ। ਇੱਕ ਮਨ ਦੇ ਪਿੱਛੇ ਚੱਲਣ ਵਾਲਾ ਸਿਸਟਮ ਹੈਗਾ, ਇੱਕ ਗੁਰੂ ਦੇ ਪਿੱਛੇ, ਗੁਰੂ ਦੇ ਆਖੇ ਲੱਗਣ ਵਾਲਾ ਸਿਸਟਮ ਹੈਗਾ। ਇੱਕ ਗੁਰੂ ਦੀ ਜਿਹੜੀ ਹੈਗੀ, ਗੁਰੂ ਦੀ ਇੰਸਟਰਕਸ਼ਨ ਦੇ ਦੁਆਰਾ ਜਿਹੜਾ ਹੈਗਾ ਯਾਤਰਾ ਕਰਨੀ ਜੀਵਨ ਦੀ। ਦੋ ਹੀ ਤਰੀਕੇ ਯਾਤਰਾ ਕਰਨ ਦੇ, ਤੀਸਰਾ ਕੋਈ ਤਰੀਕਾ ਨਹੀਂ ਹੈਗਾ। ਜੇ ਕਿਸੇ ਨੂੰ ਕਹੀਏ ਵੀ ਆਪਾਂ ਜੇ ਕਿਸੇ ਬੰਦੇ ਦੇ ਪਿੱਛੇ ਲੱਗੇ ਹਾਂ, ਜਿੱਥੇ ਕਿਤੇ ਮਹਾਂਪੁਰਖ ਦੇ, ਉਹ ਭਾਈ ਉਹਦੇ ਮਨ ਦੇ ਪਿੱਛੇ ਲੱਗੇ ਹੋਏ ਆਪਾਂ। ਜਿਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਮਨਮੁਖ ਅੰਧਾ ਅੰਧ ਕਮਾਵੇ। ਜੇ ਹੁਣ ਪਤਾ ਹੀ ਨਹੀਂ ਹੈ ਆਪਾਂ ਨੂੰ ਤੇ ਲੱਗੇ ਹੋਏ ਕਮਾਈ ਕਰਨ ਵਾਸਤੇ। ਹੁਣ ਦੇਖੋ, ਜੇ ਹੁਣ ਬਾਣੀ ਕਹਿ ਰਹੀ ਹੈ ਵੀ ਅੰਨਾ ਹੈ ਤੂੰ ਭਾਈ, ਜੋ ਤੂੰ ਬਿਖ ਖੱਟ ਰਿਹਾ ਹੈ, ਬਿਖ ਖੱਟੇ ਸੰਸਾਰ, ਜ਼ਹਿਰ ਖੱਟ ਰਿਹਾ ਹੈ। ਇਹ ਜਿੰਨੇ ਵੀ ਮਾਇਆ ਦੇ ਵਿੱਚ ਲੱਗੇ ਹੋਏ ਆਪਾਂ, ਕਹਿੰਦੇ ਇੱਥੇ ਜ਼ਹਿਰ ਹੈ ਪਿਆਰੇ, ਚੜੀ ਜਾ ਰਹੀ ਹੈ ਤੈਨੂੰ। ਇਹਨੇ ਤੇਰਾ ਸਮਾਂ ਤਾਂ ਤੇਰੇ ਕੋਲ 24 ਘੰਟੇ ਹੀ ਹੈਗੇ। 24 ਘੰਟੇ ਜਿੰਨਾ ਵਧਾਈ ਜਾਏਗਾ ਇਹਦੇ ਵਿੱਚ ਓਨਾ ਹੀ ਤੂੰ ਜਿਹੜਾ ਹੈਗਾ ਖਚਤ ਹੋ ਜਾਏਗਾ।
ਤੈਨੂੰ ਯਾਤਰਾ ਜਿਹੜੀ ਜਰਨੀ ਵਾਸਤੇ ਆਇਆ ਉਸ ਵਾਸਤੇ ਤੈਨੂੰ ਸਮਾਂ ਹੀ ਨਹੀਂ ਮਿਲਣਾ। ਵਧਾਈ ਜਾ ਜਿੰਨਾ ਵਧਾਉਣਾ ਹੈ, ਤੇਰੀ ਮਰਜ਼ੀ ਹੈ ਪਿਆਰਿਆ। ਮਨਮੁਖ ਅੰਧਾ ਅੰਧ ਕਮਾਵੇ, ਬਿਕ ਖੱਟੇ ਸੰਸਾਰੇ। ਵਿਕ ਕਹਿ ਰਹੀ ਹੈ ਭਾਈ, ਜ਼ਹਿਰ ਕਹਿ ਰਹੀ ਹੈ ਬਾਣੀ। ਦੇਖ ਲਓ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ। ਆਪਾਂ ਕਹਾਂਗੇ ਤਾਂ ਬੜੇ ਸਵਾਦ ਹੈ ਜੀ, ਬੜੀ ਇਸ ਤਰ੍ਹਾਂ ਹੈ। ਦੇਖ ਲਓ ਬਿੱਖ ਨੂੰ ਔਂਕੜ ਲਾਈ ਹੋਈ ਹੈ ਮਹਾਰਾਜ ਨੇ। ਕਹਿੰਦੇ ਡੀਪ ਸੋਚ ਤੈਨੂੰ ਜਿਹੜਾ ਹੈਗਾ ਇਹ ਜ਼ਹਿਰ, ਤੂੰ ਕਿੱਥੇ ਲੈ ਕੇ ਜਾਏਂਗਾ ਜ਼ਹਿਰ ਨੂੰ? ਖਾ ਲਈ, ਸਰੀਰ ਨੂੰ ਦੇ ਦਿੱਤੀ ਤੂੰ, ਸਰੀਰ ਤਾਂ ਖਤਮ ਹੋ ਗਿਆ। ਜਿਹਨੂੰ ਤੂੰ ਪਾਲਦਾ ਪੋਸਦਾ ਹੈ ਉਹ ਤਾਂ ਫਿਨਿਸ਼ਡ। ਫਿਰ ਇਹ ਤੇਰੀ ਜ਼ਹਿਰ ਕਿਹੜੇ ਕੰਮ ਆਈ ਦੱਸ ਮੈਨੂੰ। ਮਨਮੁਖ ਅੰਧਾ ਅੰਧ ਕਮਾਵੇ, ਬਿਕ ਖੱਟੇ ਸੰਸਾਰੇ। ਔਰ ਜਿਹੜੀ ਹੈਗੀ ਦੇਖ ਲਓ ਆਪਾਂ ਬੱਚਿਆਂ ਵਾਸਤੇ ਛੱਡ ਕੇ ਚਲੇ ਜਾਂਦੇ ਹਾਂ, ਉਹ ਜਿਨ੍ਹਾਂ ਨੂੰ ਮੁਫਤ 'ਚ ਮਿਲ ਜਾਂਦੀ ਹੈ ਉਹ ਉਡਾ ਦਿੰਦੇ ਆ। ਮਨਮੁਖ ਅੰਧਾ ਅੰਧ ਕਮਾਵੇ, ਬਿਕ ਖੱਟੇ ਸੰਸਾਰੇ। ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ। ਇਹ ਮਾਇਆ ਹੈ ਭਾਈ, ਇਹੀ ਤਾਂ ਮਾਇਆ ਆ, ਇਹੀ ਤਾਂ ਧੋਖਾ ਹੈ, ਇਹੀ ਤਾਂ ਟਰੈਪ ਹੈਗੀ ਮਾਲਕ ਵੱਲੋਂ ਪਾਈ ਹੋਈ, ਇਹੀ ਤਾਂ ਹਰਡਲ ਹੈਗੀ ਆ, ਇਹੀ ਤਾਂ ਮੋਹ ਹੈ। ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਮਾਇਆ ਮੋਹੇ ਕਹਿੰਦੇ ਇਹਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ ਸਦਾ ਦੁੱਖ ਪਾਏ। ਜਿੰਨੀ ਦੇਰ ਤੱਕ ਮਾਇਆ ਦੇ ਮੋਹ ਦੇ ਵਿੱਚ ਹੈਗਾ ਦੁੱਖ ਪਾਏਗਾ ਹਮੇਸ਼ਾ। ਬਿਨ ਗੁਰ ਅਤ ਪਿਆਰੇ। ਦੇਖ ਕਿੰਨਾ ਪਿਆਰਾ ਗੁਰੂ ਹੈ, ਕਿੰਨੀ ਪਿਆਰੀ ਗੁਰਬਾਣੀ ਹੈਗੀ, ਗੁਰੂ ਦੀ ਮੱਤ। ਇਸ ਤੋਂ ਬਗੈਰ ਦੁੱਖੀ ਦੁੱਖ ਪਾਏਗਾ ਪਿਆਰਿਆ। ਗੁਰੂ ਨੂੰ ਲਿਆ ਆਪਣੇ ਨਾਲ, ਗੁਰੂ ਦੀ ਮੱਤ ਲੈ ਕੇ ਆ ਆਪਣੇ ਵਿੱਚ, ਆਪਣੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਆ ਸੇਧ ਲੈ ਕੇ ਆ ਆਪਣੇ ਅੰਦਰ। ਸੋਈ ਸੇਵਕ ਜੇ ਸਤਿਗੁਰ ਸੇਵੈ, ਚਾਲੈ ਸਤਿਗੁਰ ਭਾਏ। ਆ ਲਓ ਗੁਰਸਿੱਖ ਸੇਵਕ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ। ਚੌਥੀ ਪਾਤਸ਼ਾਹੀ ਕਹਿੰਦੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਪਲ ਕੇ ਉਡਾਰ ਨਾਮ ਧਿਆਵੈ। ਉਹਦੇ ਕੋਲ ਸੋਟੀ ਹੋਣੀ ਚਾਹੀਦੀ ਹੈ ਹਮੇਸ਼ਾ। ਔਰ ਇੱਥੇ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ, ਸੋਈ ਸੇਵਕ ਜੇ ਸਤਿਗੁਰ ਸੇਵੈ। ਸੇਮ ਚੀਜ਼ ਕਹਿ ਰਹੀ ਹੈ ਵੀ ਸਤਿਗੁਰ ਦੇ ਅਨੁਸਾਰ ਜਿਹੜਾ ਸੇਵਾ ਕਰ ਰਿਹਾ ਹੈ। ਸਤਿਗੁਰ ਕਹਿੰਦੇ ਨਾਮ ਹਮਾਰੇ ਗੁਰ ਕੀ ਸੇਵ। ਸੋਟੀ ਨਹੀਂ ਹੈ ਤੇਰੇ ਕੋਲ, ਕੋਈ ਸੇਵਾ ਨਹੀਂ ਹੈ। ਸੋਈ ਸੇਵਕ ਜੇ ਸਤਿਗੁਰ ਸੇਵੈ, ਚਾਲੈ ਸਤਿਗੁਰ ਭਾਏ। ਇਹ ਨਾਮ ਵਾਲੀ ਸੋਟੀ ਲਾਜ਼ਮੀ ਹੈਗੀ ਭਾਈ ਰੱਖਣੀ। ਸੋਈ ਸੇਵਕ ਜੇ ਸਤਿਗੁਰ ਸੇਵੈ, ਚਾਲੈ ਸਤਿਗੁਰ ਭਾਏ। ਆ ਗੁਰੂ ਜਿਵੇਂ ਕਹਿ ਰਿਹਾ, ਗਿਆਨ ਜਿਵੇਂ ਕਹਿ ਰਿਹਾ, ਉਸ ਤਰ੍ਹਾਂ ਚੱਲੇ। ਸਾਚਾ ਸ਼ਬਦ ਸਿਫਤ ਹੈ ਸਾਚੀ। ਬਸ ਆਹੀ ਹੈ ਸੱਚਾ ਸ਼ਬਦ। ਸਾਚਾ ਸ਼ਬਦ ਕਹਿ ਰਹੇ, ਸਾਚਾ ਸ਼ਬਦ ਇਹੀ ਸਿਫਤ ਹੈ ਸੱਚੀ। ਸਾਚਾ ਮਨ ਵਸਾਏ, ਇਹਨੂੰ ਮਨ 'ਚ ਵਸਾ ਲੈ, ਮਾਲਕ ਆਪਣੇ ਆਪ ਮਨ 'ਚ ਵਸ ਜਾਏਗਾ। ਸੱਚੀ ਬਾਣੀ ਗੁਰਮੁਖੇ ਆਖ ਹੈ, ਹਉਮੈ ਵਿੱਚੋਂ ਜਾਏ। ਔਰ ਸੱਚੀ ਬਾਣੀ ਹੈਗੀ ਭਾਈ ਗੁਰੂ ਦੇ ਰਾਹੀਂ ਇਹਨੂੰ ਆਖੇਗਾ, ਕਿਉਂਕਿ ਆਪਣੇ ਆਪ ਇਹ ਔਖਾ ਕੰਮ ਹੈ। ਇਹ ਨਾਮ ਵਾਲੀ ਗੱਲ, ਧਿਆਨ ਵਾਲੀ ਗੱਲ, ਸਿਮਰਨ ਵਾਲੀ ਗੱਲ, ਇਹ ਨਾਮ ਦੀ ਟੋਣੀ, ਇਹ ਔਖਾ ਕੰਮ ਹੈ। ਇਹ ਗੁਰੂ ਦੇ ਰਾਹੀਂ, ਇਹ ਗੁਰਮੁਖ ਸਿਸਟਮ 'ਚ ਗੁਰੂ ਦੇ ਦੁਆਰਾ ਆ ਗੁਰੂ ਦੀ ਮੱਤ ਲਈ ਜਾਏਗਾ, ਉਤਸ਼ਾਹ ਪੈਦਾ ਹੋ ਹੀ ਜਾਏਗਾ। ਸੱਚੀ ਬਾਣੀ ਗੁਰਮੁਖੇ ਆਖ ਹੈ, ਹਉਮੈ ਵਿੱਚੋਂ ਜਾਏ। ਲਾਜ਼ਮੀ ਹੈਗੀ ਤੇਰੀ ਹਉਮੈ ਜਾਣੀ, ਔਰ ਅੰਦਰ ਤੇਰੀ ਯਾਤਰਾ, ਤੇਰੀ ਚੜ੍ਹਾਈ ਹੋਣੀ। ਆਪੇ ਦਾਤਾ ਕਰਮ ਹੈ ਸਾਚਾ। ਮਾਲਕ ਦਾਤਾ ਹੈਗਾ, ਉਹ ਬਖਸ਼ਿਸ਼ ਹੈਗੀ, ਉਹ ਸਾਚਾ ਸ਼ਬਦ ਸੁਣਾਏ। ਔਰ ਉਹਨੇ ਤੈਨੂੰ ਜਿਹੜਾ ਹੈਗਾ ਸੁਖਾਨ ਕਰ ਦੇਣੀ ਯਾਤਰਾ। ਤੇਰੇ ਜਿਹੜੇ ਹੈਗੇ ਟੋਣੀ ਆ ਗਈ ਤੇਰੇ ਕੋਲ, ਤੇ ਅੰਦਰ ਜਿਹੜਾ ਹੈਗਾ ਅਨਹਦ ਸ਼ਬਦ ਲਾਜ਼ਮੀ ਪ੍ਰਗਟ ਹੋ ਜਾਣੇ। ਗੁਰਮੁਖੇ ਘਾਲੇ, ਗੁਰਮੁਖੇ ਖੱਟੇ, ਗੁਰਮੁਖੇ ਨਾਮ ਜਪਾਏ। ਦੇਖ ਲਾ ਪਿਆਰਿਆ, ਗੁਰੂ ਦੀ ਮੱਤ ਨਹੀਂ ਛੱਡਣੀ। ਗੁਰੂ ਦੇ ਮੱਤ ਦੇ ਅਨੁਸਾਰ ਹੀ ਇਹ ਘਾਲਣਾ ਕਰਨੀ ਪੈਣੀ ਆ ਪਿਆਰਿਆ। ਇਹ ਕਰਨਾ ਪੈਣਾ ਹੈ, ਇਹ ਮਿਹਨਤ ਕਰਨੀ ਪੈਣੀ ਆ। ਜਿਨੀ ਨਾਮ ਧਿਆਇਆ ਧਿਆਉਣ 'ਚ ਜਾਣਾ ਪੈਣਾ ਹੈ। ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਹੋਰ ਕੀਤੀ ਛੁੱਟੀ ਨਾਲ ਐਵੇਂ ਵੀ ਆਉਂਦਾ ਹੈ, ਦੋ ਜਗ੍ਹਾ ਆਉਂਦਾ ਹੈ ਸ਼ਲੋਕ।
ਗੁਰਮੁਖ ਘਾਲੇ ਗੁਰਮੁਖ ਉਹੀ ਚੀਜ਼ ਹੈ। ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਸੇਮ ਦੀ ਸੇਮ ਚੀਜ਼। ਗੁਰਮੁਖ ਘਾਲੇ ਗੁਰਮੁਖ ਖੱਟੇ, ਆਹੀ ਖੱਟੀ ਹੈ। ਕਾਲਨਾ करेगा तो खट्टी हो जाएगी तेरी कमाई। गुरमुख काले गुरमुख खट्टे, गुरमुख नाम जपाए, बस तू गਾਹਾਂ दूसरिਆਂ ਨੂੰ भी इस पासे लाउण जोगा हो जाएगा। सदा अलिप्त साचे रंग राता, गुर के सहज सुभाए। आया भाई जित कोलों सोटी टोहनी हैगी, मजा लिया काम क्रोध लोभ मोह हंकार ਜਿਹੜਾ ਹੈਗਾ ਨੇੜੇ ਆ ਜਾਏ। ਬਾਬੇ ਦੇ ਕੋਲ ਖੁੰਡੀ ਹੁੰਦੀ ਹੈ, ਠਾਲ ਠੋਕ ਦਿੰਦਾ। ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਸਦਾ ਅਲਿਪਤ ਸਾਚੇ ਰੰਗ ਰਾਤਾ, ਗੁਰ ਕੇ ਸਹਿਜ ਸੁਭਾਏ। ਬਸ ਇਸ ਤਰ੍ਹਾਂ ਅਲਿਪਤ ਰਹਿੰਦਾ ਹੈ, ਸੱਚੇ ਰੰਗ ਦੇ ਵਿੱਚ ਰਤਿਆ ਰਹਿੰਦਾ ਹੈ ਭਾਈ। ਗੁਰ ਕੇ ਸਹਿਜ ਸੁਭਾਏ, ਸਹਿਜ ਅਵਸਥਾ ਦੇ ਵਿੱਚ ਗੁਰੂ ਦੇ ਅਨੁਸਾਰ, ਜਿਵੇਂ ਗੁਰੂ ਦੀ ਮੱਤ ਕਹਿ ਰਹੀ ਹੈ ਉਸ ਤਰੀਕੇ ਦੇ ਨਾਲ। ਮਨਮੁਖ ਸਦ ਹੀ ਕੂੜੋ ਬੋਲੇ। ਹੁਣ ਇੱਥੇ ਦੇਖੋ ਨਾਉਨ ਆ ਗਿਆ, ਮਨਮੁਖ ਬੰਦਾ ਆ ਗਿਆ। ਸਿਆਰੀ ਨਹੀਂ ਹੈ ਕੱਕੇ ਦੇ, ਇੱਥੇ ਔਂਕੜ ਲੱਗੀ ਹੋਈ ਹੈ। ਪਾਰਟੀਕੂਲਰ ਬੰਦਾ ਮਨਮੁਖ ਸਦ ਹੀ ਕੂੜੋ ਬੋਲੇ, ਕਹਿੰਦੇ ਹਮੇਸ਼ਾ ਹੀ ਮਨ ਦੇ ਪਿੱਛੇ ਚੱਲ ਰਿਹਾ ਬੰਦਾ, ਉਹਨੇ ਝੂਠ ਬੋਲਣਾ ਹੀ ਬੋਲਣਾ ਹੈ, ਕੂੜ ਬੋਲਣਾ ਹੈ। ਝੂਠ ਨਹੀਂ ਕਹਿ, ਝੂਠ ਚੱਲ ਕੂੜ ਤਾਂ ਝੂਠ ਹੀ ਹੈ ਬਈ। ਉਹਨੇ ਜਿਹੜਾ ਹੈਗਾ ਸੱਚ ਹੈਗਾ ਪਰਮੇਸ਼ਰ, ਔਰ ਉਹਦਾ ਨਾਮ ਅੰਦਰ ਜਿਹੜੀ ਹੈਗੀ ਆ ਨੂਰ। ਬਾਕੀ ਜਿਹੜਾ ਹੈਗਾ, ਬਾਕੀ ਬਾਣੀ ਜਿਹੜੀ ਹੈਗੀ ਉਹਨੂੰ ਜੋ ਪੰਜਾਂ ਤੱਤਾਂ ਦੀ ਰਚਨਾ ਹੈ ਉਹਨੂੰ ਬਾਣੀ ਕੂੜ ਕਹਿੰਦੀ ਹੈ। ਉਹਨੇ ਮਨਮੁਖ ਨੇ ਗੱਲ ਕਰਨੀ ਆ ਪੰਜਾਂ ਤੱਤਾਂ ਦੀ, ਬਾਹਰ ਦੀ ਮੈਟਰ ਦੀ ਗੱਲ ਕਰਨੀ, ਸੰਸਾਰ ਦੀ ਆਕਾਰ ਦੀ ਗੱਲ ਕਰਨੀ। ਹਮੇਸ਼ਾ ਗਰੰਟੀ ਹੈ ਮਨਮੁਖ ਸਦ ਹੀ ਹਮੇਸ਼ਾ ਕੂੜੋ ਬੋਲੇ। ਜੇ ਦੇਖੋ ਜਦ ਦੇਖ ਲਓ ਦੁਨੀਆ ਦੇ ਵਿੱਚ ਬੈਠ ਕੇ ਆਪਾਂ ਬੈਠਦੇ 24 ਘੰਟੇ ਇਸ ਤਰ੍ਹਾਂ ਹੀ ਰਹਿੰਦੇ, ਕੀ ਗੱਲਾਂ ਹੁੰਦੀਆਂ। ਮਨਮੁਖ ਸਦ ਹੀ ਕੂੜੋ ਬੋਲੇ, ਬਾਣੀ ਕੂੜੋ ਕਹਿ ਰਹੀ ਹੈ। ਬਿਖ ਬੀਜੈ ਬਿਖ ਖਾਏ, ਆਇਆ ਬਿਖ ਬੀਜਣਾ ਤੇ ਬਿਖ ਖਾਣਾ। ਕਹਿੰਦੇ ਜੀ ਸਾਨੂੰ ਦੁਨੀਆਦਾਰੀ ਦੀਆਂ ਗੱਲਾਂ ਕਰਨ ਦਿਓ, ਦੁਨੀਆਦਾਰੀ ਆ ਲਓ, ਬੀਜੀ ਜਾਓ, ਖਾਈ ਜਾਓ। 24 ਘੰਟੇ ਬੰਦ ਹੀ ਨਹੀਂ ਹੁੰਦੀਆਂ, ਇਹ ਤਾਂ ਖਤਮ ਹੀ ਨਹੀਂ ਹੋਣੀਆਂ। ਭਾਵੇਂ ਦੇਖ ਲਓ ਰਾਤ ਨੂੰ 12, 1, 2, 3 ਜਦ ਤੱਕ ਲੱਗੇ ਰਹੋ। ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜੈ ਬਿਖ ਖਾਏ। ਗੱਲਾਂ ਕੀ ਹੈਗੀਆਂ ਭਾਈ, ਫਲਾਣੇ ਦਾ ਇਸ ਤਰ੍ਹਾਂ, ਉਹਦਾ ਇਸ ਤਰ੍ਹਾਂ, ਉਹਦੀ ਨਿੰਦਾ ਕਰ ਲਈ, ਕਿਸੇ ਦੀ ਵਡਿਆਈ ਕਰ ਲਈ, ਕਿਸੇ ਦੀ ਨਿੰਦਾ ਕਰ ਲਈ, ਕਿਸੇ ਦੇ ਬਾਰੇ ਉਹਦਾ ਫਲਾਣੇ ਦਾ ਕੀ ਹੋਇਆ, ਉਹਦਾ ਕੀ ਹੋਇਆ। ਬਸ ਆਪਣਾ ਪਤਾ ਹੀ ਨਹੀਂ। ਆਪਣਾ ਜਿਹੜਾ ਹੈਗਾ, ਆਪਾਂ ਜਿਹੜੇ ਹੈਗੇ ਆਪਣਾ ਲੁਟਾ ਰਹੇ ਹਾਂ ਆਪਣੇ ਸਵਾਸ। ਮਨਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜੈ ਬਿਖ ਖਾਏ। ਦੇਖ ਲਓ ਭਾਈ, ਬਿਜਾਈ ਤੇ ਜੋ ਬੀਜ ਰਹੇ ਤੇ ਉਹ ਖਾਣਾ ਤਾਂ ਪਊਗਾ ਭਾਈ, ਉਗਣਾ ਤਾਂ ਉਹੀ ਕੁਛ ਹੈਗਾ, ਸੰਸਕਾਰ ਤਾਂ ਉਹੀ ਬਣਨੇ। ਫਿਰ ਆ ਗਿਆ ਫਿਰ ਉਹ ਧਰਮਰਾਜ ਤੇ ਉਹਦੇ ਕਰਿੰਦੇ। ਜਮਕਾਲ ਬਾਧਾ, ਜਮਕਾਲ ਨੇ ਬੰਨ ਲਿਆ। ਤ੍ਰਿਸ਼ਨਾ ਦਾਦਾ, ਤ੍ਰਿਸ਼ਨਾ ਦੇ ਵਿੱਚ ਸੜ ਗਿਆ ਜੀਵਨ। ਆ ਪਦਾਰਥਾਂ ਦੀ ਤ੍ਰਿਸ਼ਨਾ, ਮੈਟਰ ਦੇ ਨਾਲ, ਇਸ ਸਵਾਦਾਂ ਦੇ ਵਿੱਚ। ਬਿਨ ਗੁਰ ਕਵਣ ਛਡਾਏ, ਕਹਿੰਦੇ ਹੁਣ ਦੱਸੋ ਗੁਰੂ ਤੋਂ ਬਗੈਰ ਕਿਹੜਾ ਛਡਾ ਸਕਦਾ ਭਾਈ। ਹਾਲੇ ਵੀ ਤੇਰੇ ਕੋਲ ਹੈਗਾ ਆਪਸ਼ਨ, ਤੇਰੇ ਕੋਲ ਹੈ ਚਾਂਸ ਹੈਗਾ ਹਾਲੇ ਵੀ। ਕਿਸੇ ਵੀ ਸਟੇਜ ਦੇ ਉੱਤੇ ਕਦੋਂ ਵੀ ਆਪਾਂ ਜਿਹੜੇ ਸ਼ਿਫਟ ਹੋ ਸਕਦੇ ਹਾਂ। ਬਸ ਕਦੀ ਆ ਤੀਰ ਜਿਹੜੇ ਹੈਗੇ ਕਦੀ ਅੰਦਰ ਲੱਗ ਜਾਣ, ਚੁੱਭ ਜਾਣ। ਕੋਈ ਗੁਰੂ ਦੀ ਆ ਮੱਤ ਜਿਹੜੀ ਆਪਾਂ ਲੈ ਰਹੇ ਗੁਰਮਤ, ਇਹ ਕਿਤੇ ਜਿਹੜਾ ਘਰ ਕਰਦਾ ਕਿਤੇ ਅੰਦਰ ਟੱਚ ਕਰ ਜਾਏ ਆਪਣੇ ਅੰਦਰ। ਜਮਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਣ ਛਡਾਏ। ਸੱਚਾ ਤੀਰਥ ਜਿਤ ਸਤ ਸਰੇ ਨਾਵਣ। ਸੱਚਾ ਤੀਰਥ ਜਿਤ ਸਤ ਸਰੇ ਨਾਵਣ, ਕਹਿੰਦੇ ਇਹ ਨਾਮ ਜਿਹੜਾ ਹੈਗਾ ਭਾਈ, ਇਹ ਹੈਗਾ ਸੱਚਾ ਤੀਰਥ। ਸੱਚਾ ਤੀਰਥ ਇੱਥੇ ਮਨ ਨੇ ਨਹਾਉਣਾ ਹੈ, ਮਨ ਦੇ ਅੰਦਰ। ਸੱਤ ਸਰੇ ਨਾਵਣ, ਆਇਆ ਸੱਤ ਦਾ ਸਰੋਵਰ, ਇਹਦੇ ਵਿੱਚ ਨਹਾਤਾ ਹੈ, ਤੇਰਾ ਜਿਹੜਾ ਹੈਗਾ ਚੇਂਜ ਹੋ ਜਾਏਗਾ ਤੇਰਾ। ਜੇ ਇੱਥੇ ਨਾਮ ਵਾਲਾ ਕੰਮ ਆ ਧਿਆਨ ਸਿਮਰਨ ਸ਼ੁਰੂ ਕਰ ਦੇਗਾ
ਅੰਦਰ ਵੜਨਾ ਸ਼ੁਰੂ ਕਰ ਦੇਗਾ ਅੰਦਰ, ਅਤੇ ਜਿਹੜਾ ਹੈਗਾ ਸੁਣਨ ਦੇ ਵਿੱਚ ਬੈਠਣਾ, ਆਪਣੇ ਵਿਚਾਰਾਂ ਨੂੰ ਬੰਦ ਕਰਨਾ। ਅਤੇ ਆਹ ਸੱਚਾ ਤੀਰਥ ਹੈਗਾ। ਇਹਨੇ ਤੇਰਾ ਸੱਤ ਦਾ ਆਚਰਣ ਕਰ ਦੇਣਾ। ਇਹਨੇ ਤੇਰੇ ਅੰਦਰ ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਤੇਰਾ ਬੈਂਟ ਆਫ ਮਾਈਂਡ ਇਹਨੇ ਚੇਂਜ ਕਰ ਦੇਣਾ। ਸੱਚਾ ਆਚਰਣ, ਸੱਚਾ ਤੀਰਥ ਜਿਤ ਸਤ ਸਰੇ ਨਾਵਣ, ਗੁਰਮੁਖੇ ਆਪ ਬੁਝਾਏ। ਗੁਰੂ ਦੇ ਰਾਹੀਂ ਇਸ ਤਰ੍ਹਾਂ ਜਿਹੜਾ ਹੈ ਮਾਲਕ ਪਰਮਾਤਮਾ ਮਿਹਰ ਕਰ ਦਿੰਦਾ, ਬੁਝਾ ਦਿੰਦਾ ਹੈ ਭਾਈ। ਔਰ ਆਹ ਜਿਹੜਾ ਤੀਰਥ ਹੈਗਾ, 68 ਤੀਰਥ ਗੁਰ ਸ਼ਬਦੇ ਦਿਖਾਏ। 68 ਤੀਰਥ ਹੈ ਇਹਦੇ ਵਿੱਚ। 68 ਤੀਰਥ ਜਿੱਧਰ ਜਾਂਦਾ ਫਿਰਦਾ ਹੈ, ਬਸ ਗੁਰੂ ਦੇ ਸ਼ਬਦ ਦੇ ਦੁਆਰਾ ਅੰਦਰ ਹੀ ਆਹ ਦਿਖਾ ਦਿੱਤੇ ਗੁਰੂ ਦੇ ਸ਼ਬਦ ਨੇ। ਤਿਤ ਨਹਾਤੈ ਮਲ ਜਾਏ, ਉਹਦੇ ਨਾਲ ਨਹਾਉਣ ਦੇ ਨਾਲ ਤੇਰੀ ਮੈਲ ਉਤਰਨੀ ਆ। ਮਲ ਦੇ ਲੱਲੇ ਨੂੰ ਔਂਕੜ ਲੱਗੀ ਆ, ਮਨ ਦੀ ਮੈਲ, ਉਹਦੇ ਨਾਲ ਉਤਰਨੀ ਆ ਭਾਈ। ਉਹਦੇ ਨਾਲ ਚੇਂਜ ਹੋਣੇ ਆ ਤੇਰੇ ਸੰਸਕਾਰ, ਉੱਥੇ ਚੇਂਜ ਹੋਣੇ ਆ ਤੇਰੇ ਸੰਸਕਾਰ। ਸੱਚਾ ਸ਼ਬਦ ਸਾਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ। ਆਇਆ ਸੱਚਾ ਸ਼ਬਦ, ਇਹ ਸੱਚਾ ਹੈਗਾ, ਨਿਰਮਲ ਹੈਗਾ। ਜੇ ਤਾਂ ਇਹਦੇ 'ਚ ਇਸ਼ਨਾਨ ਕਰ ਲਏਗਾ ਤੇ ਨਾ ਮਲ ਲੱਗੇ ਨਾ ਲਾਏ, ਬਸ ਤੈਨੂੰ ਮੈਲ ਲੱਗੂਗੀ, ਨਾ ਤੂੰ ਕਿਸੇ ਨੂੰ ਲਾਏਗਾ ਪਿਆਰੇ। ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ। ਆਇਆ ਭਾਈ ਸੱਚੀ ਸਿਫਤ ਤੇ ਸੱਚੀ ਸਲਾਹ ਪੂਰੇ ਗੁਰੂ ਤੋਂ ਮਿਲਦੀ ਹੈ। ਜਿਹਨੇ ਆਪ ਯਾਤਰਾ ਕੀਤੀ ਹੈ, ਇਹ ਕਮਾਈ ਕੀਤੀ ਹੈ, ਇਹ ਪ੍ਰੈਕਟੀਕਲ ਕੀਤਾ ਹੈ, ਉਹਦੇ ਕੋਲੋਂ ਮਿਲਣੀ ਹੈ। ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤਿ ਕਹਿਣ ਨਾ ਜਾਏ। ਔਰ ਵੈਸੇ ਦੇਖ ਲਾ, ਸੋਚ ਲਾ, ਵਿਚਾਰ ਲਾ ਵੀ ਇਹ ਸਰੀਰ ਕਿਹਦਾ ਆ, ਇਹ ਮਨ ਕਿਹਦਾ ਆ, ਅੰਦਰ ਆਤਮਾ ਕਿਹਦੀ ਹੈਗੀ, ਸਾਰਾ ਕੁਛ ਕਿਹਦਾ ਹੈਗਾ ਭਾਈ ਦੱਸਦੇ ਆ ਯਾਰ। ਬਾਹਰ ਆਕਾਰ, ਹਵਾ, ਪਾਣੀ, ਸਾਰਾ ਕੁਛ ਹੈ ਕਿਹਦਾ? ਉਸ ਮਾਲਕ ਪਰਮਾਤਮਾ ਦਾ ਹੈਗਾ। ਆਪਾਂ ਕੀ ਕਹਿ ਰਹੇ? ਆ ਮੇਰਾ ਘਰ, ਆ ਮੇਰਾ ਸਰੀਰ, ਆ ਮੇਰਾ ਬੱਚੇ, ਆ ਮੇਰਾ ਫਲਾਨਾ, ਆ ਮੇਰਾ। ਕਹਿੰਦੇ ਦੁਰਮਤ ਆ ਪਿਆਰਿਆ, ਦੁਰਮਤ ਹੈਗੀ ਆ। ਤਨ ਮਨ ਸਭ ਕੁਛ ਹਰ ਤਿਸ ਕੇਰਾ, ਜਿਹਦਾ ਹੈਗਾ ਉਹ ਤਾਂ ਬੋਲਦਾ ਹੀ ਨਹੀਂ ਵਿਚਾਰਾ, ਉਹ ਤਾਂ ਕੁਛ ਕਹਿੰਦਾ ਹੀ ਨਹੀਂ ਹੈ। ਆਪਾਂ ਦਾਵਾ ਕਰੀ ਜਾ ਰਹੇ ਹਾਂ। ਦੇਖ ਲਓ ਕਿੰਨਾ ਗਲਤ ਹੈਗਾ। ਤਨ ਮਨ ਸਭ ਕੁਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ। ਕਹਿੰਦੇ ਦੁਰਮਤ ਆ ਤੇਰੇ ਕੋਲ, ਬਸ ਤੇ ਕਿਹਾ ਨਹੀਂ ਜਾਂਦਾ ਤੇਰੇ ਕੋਲ। ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਹਾਂ, ਜੇ ਕਿਤੇ ਹੁਕਮ ਹੋ ਗਿਆ ਤੇਰੇ ਕੋਲ, ਮਾਲਕ ਪਰਮਾਤਮਾ ਜੋ ਮਾਲਕ ਦਾ ਆਰਡਰ ਹੈਗਾ ਤੇਰੇ ਕੋਲ, ਆਰਡਰ ਆ ਗਿਆ, ਉਹਦੇ ਅਨੁਸਾਰ ਚੱਲ ਪਿਆ ਤੂੰ, ਤੇ ਨਿਰਮਲ ਹੋ ਜਾਏਗਾ ਪਿਆਰਿਆ। ਘਬਰਾਉਣ ਦੀ ਗੱਲ ਨਹੀਂ ਹੈਗੀ। ਇਸ ਤਰੀਕੇ ਦੇ ਨਾਲ ਹਉਮੈ ਵਿੱਚੋਂ ਜਾਏਗੀ, ਫਿਰ ਮੈਂ ਨਹੀਂ ਕਰੇਗਾ, ਫਿਰ ਦੁਰਮਤ ਚਲੀ ਜਾਏਗੀ ਤੇਰੀ। ਗੁਰ ਕੀ ਸਾਖੀ ਸਹਿਜੇ ਚਾਖੀ, ਆ ਗੁਰੂ ਦੀ ਸਿੱਖਿਆ ਹੈਗੀ ਪਿਆਰਿਆ। ਸਾਖੀ ਮਤਲਬ ਸਿੱਖਿਆ। ਸਹਿਜ ਦੇ ਨਾਲ ਇਹ ਸਿੱਖਿਆ ਨੂੰ ਪ੍ਰੈਕਟੀਕਲ ਕਰ ਲਾ, ਚੱਖ ਲਾ ਇਹਨੂੰ, ਇਹਦਾ ਪ੍ਰੈਕਟੀਕਲ ਕਰ ਲਾ। ਇਹ ਥਿਓਰੀ ਹੈਗੀ ਆ, ਹੁਣ ਪ੍ਰੈਕਟੀਕਲ ਕਰ ਲਾ। ਤ੍ਰਿਸ਼ਨਾ ਅਗਨ ਬੁਝਾਏ, ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ ਪਿਆਰਿਆ। ਅਗਨ ਵਰਡ ਜਿਹੜਾ ਹੈਗਾ ਨੰਨੇ ਦੀ ਸਿਆਰੀ ਦੇ ਨਾਲ ਹੀ ਆਏਗਾ। ਇਹ ਅਗਨ ਜਿਹੜਾ ਹੈਗਾ ਅਰਥਾਂ ਦੇ ਵਾਸਤੇ ਸਿਆਰੀ ਨਹੀਂ ਲੱਗੀ। ਅਗਨ ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਆਏਗੀ। ਗੁਰਬਾਣੀ ਜੀ ਤੇ ਵੀ ਅਗਨ ਆਏਗੀ, ਆਪਣਾ ਉਹਦੇ ਨੰਨੇ ਦੀ ਸਿਆਰੀ ਆਪਣੀ ਹੈਗੀ ਉਹਦੀ। ਇਹ ਉਹਦੇ ਮੀਨਿੰਗ ਵਾਸਤੇ ਜਾਂ ਉਹਦੇ ਵਾਸਤੇ ਨਹੀਂ ਲੱਗੀ ਹੋਈ, ਗੁਰਬਾਣੀ ਵਿਆਕਰਣ ਦੇ ਵਾਸਤੇ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੇ ਸ਼ਬਦ ਰਾਤਾ, ਸਹਿਜੇ ਮਾਤਾ, ਸਹਿਜੇ ਰਿਹਾ ਸਮਾਏ। ਇਸ ਤਰ੍ਹਾਂ ਉਹ ਗੁਰੂ ਦੇ ਸ਼ਬਦ ਦੇ ਵਿੱਚ ਹੀ ਰਤਿਆ ਗਿਆ। ਉਹ ਧਿਆਨ ਸਿਮਰਨ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਮਸਤ ਹੋ ਗਿਆ ਭਾਈ। ਅੰਮ੍ਰਿਤ ਆ ਗਿਆ, ਮਸਤੀ ਆ ਗਈ, ਮਹਾਰਸ ਮਿੱਠਾ ਚੱਖ ਲਿਆ, ਸਹਿਜੇ ਰਿਹਾ ਸਮਾਏ। ਸਹਿਜ ਦੇ ਵਿੱਚ ਹੀ ਸਮਾਇਆ ਰਹਿੰਦਾ ਇਨਸਾਨ। ਜਿਹਨੂੰ ਦੁਨੀਆ ਦੇ ਸਾਰੇ ਪਦਾਰਥ, ਸਾਰੇ ਸਵਾਦਾਂ ਤੋਂ ਉੱਪਰ ਸਵਾਦ ਲੱਭ ਜਾਏ, ਉਹ ਕਿਉਂ ਜਿਹੜਾ ਹੈਗਾ ਉਹ ਭੋਗ ਤੇ ਕਿਉਂ ਡਿੱਗੂਗਾ ਭਾਈ? ਹਰ ਕਾ ਨਾਮ ਸਤ ਖਰ ਜਾਣ ਹੈ, ਗੁਰ ਕੈ ਭਾਏ ਪਿਆਰੇ। ਆਇਆ ਪਰਮੇਸ਼ਰ ਦਾ ਨਾਮ ਪਾਏ, ਇਹਨੂੰ ਸਤ ਕਰਕੇ ਗੁਰੂ ਦੀ ਬਾਣੀ ਦੇ ਅਨੁਸਾਰ,
ਉਹ ਪਿਆਰੇ ਗੁਰੂ ਦੀ ਭਾਵਨਾ ਦੇ ਅਨੁਸਾਰ, ਗੁਰੂ ਦੀ ਮੱਤ ਦੇ ਅਨੁਸਾਰ ਇਹਨੂੰ ਜਾਣ ਲੈ ਭਾਈ, ਪ੍ਰੈਕਟੀਕਲ ਕਰ ਲੈ ਇਹਦਾ। ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਪਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ। ਸੱਚੀ ਵਡਿਆਈ ਗੁਰੂ ਕੋਲੋਂ ਮਿਲਦੀ ਹੈ ਭਾਈ, ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ। ਉਹ ਨਾਮ ਦੇ ਨਾਲ, ਉਹ ਮਾਲਕ ਪਰਮਾਤਮਾ ਦੇ ਨਾਮ ਦੇ, ਪਿਆਰੇ ਦੇ ਨਾਮ ਦੇ ਨਾਲ ਇਹ ਵਡਿਆਈ ਮਿਲਦੀ ਹੈ। ਏਕੋ ਸੱਚਾ ਸਭ ਮੈਂ ਵਰਤੈ, ਵਿਰਲਾ ਕੋ ਵਿਚਾਰੇ। ਔਰ ਉਹੀ ਸੱਚਾ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਜਿਹੜੇ ਵੀ ਜੀਵ ਜਿੰਨੇ ਵੀ ਹੈਗੇ ਸਾਰਿਆਂ ਦੇ ਵਿੱਚ ਉਹ ਸੱਚਾ, ਉਹ ਮਾਲਕ ਪਰਮਾਤਮਾ ਵਰਤ ਰਿਹਾ ਹੈ। ਏਕੋ ਸੱਚਾ ਸਭ ਮੈਂ ਵਰਤੈ, ਵਿਰਲਾ ਕੋ ਵਿਚਾਰੇ। ਕੋਈ ਟਾਵਾਂ, ਕੋਈ ਵਿਰਲਾ ਇਸ ਗੱਲ ਨੂੰ ਵਿਚਾਰਦਾ ਹੈ। ਏਕੋ ਸੱਚਾ ਸਭ ਮੈਂ ਵਰਤੈ, ਵਿਰਲਾ ਕੋ ਵਿਚਾਰੇ। ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ। ਜਿਹੜੇ ਸੱਚੀ ਭਗਤੀ ਦੇ ਨਾਲ ਸਵਾਰੇ ਜਾਂਦੇ ਆ, ਉਹਨਾਂ ਨੂੰ ਮੇਲ ਲੈਂਦਾ ਹੈ ਮਾਲਕ ਪਰਮਾਤਮਾ। ਉਹ ਬਖਸ਼ ਜਾਂਦੇ, ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਦੇ ਉੱਤੇ। ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤੇ ਸਵਾਰੇ। ਕਿਹਨਾਂ ਨੂੰ? ਜਿਹੜੇ ਸਵਾਰ ਲੈਂਦੇ, ਸਵਾਰੇ ਜਾਂਦੇ ਸੱਚੀ ਭਗਤੀ ਦੇ ਨਾਲ। ਮਾਲਕ ਨੇ ਸਵਾਰਨਾ ਹੈਗਾ ਭਗਤੀ, ਮਾਲਕ ਨੇ ਆਪਾਂ ਨੇ ਉਪਰਾਲਾ ਕਰਨਾ ਹੈ। ਆਪਾਂ ਨੇ ਜਿਹੜਾ ਹੈਗਾ ਲੱਕੜੀ ਟੋਣੀ ਲੈ ਕੇ ਤੁਰਨਾ ਹੈਗਾ। ਮਾਲਕ ਨੇ ਦੇਈ ਜਾਣੀ ਹੈ ਭਗਤੀ, ਸਵਾਰੀ ਜਾਣਾ ਆਪਾਂ ਨੂੰ। ਬਸ ਉਹਦੀ ਕਸੌਟੀ ਤੇ ਪੂਰੇ ਉਤਰ ਗਏ, ਆਪੇ ਮਿਲ ਲੈਣਾ ਉਹਨੇ। ਔਰ ਆਪਾਂ ਸ਼ੁਰੂ ਕਰੀਏ ਜਰਨੀ ਜਿਹੜੀ ਹੈਗੀ, ਉਸੇ ਵੇਲੇ ਉਹਨੇ ਦਾਤ ਦੇਣੀ ਸ਼ੁਰੂ ਹੋ ਜਾਣੀ ਹੈ। ਇੱਕ ਵਾਰੀ ਆਪਾਂ ਨੂੰ ਮਨ ਨੂੰ ਚਖਾਈਏ ਤਾਂ ਸਹੀ, ਮਨ ਨੂੰ ਟੈਸਟ ਤਾਂ ਕਰਾਈਏ ਇਹਦਾ। ਸੁਣਨ ਦੀ ਯਾਤਰਾ, ਅੰਦਰ ਦੀ ਯਾਤਰਾ। ਮੈਨੂੰ ਪਤਾ ਤਾਂ ਲੱਗੇ ਵੀ ਸੱਚ ਤਾਂ ਆ ਹੈਗਾ, ਮੈਂ ਕਿੱਥੇ ਘੁੰਮ ਰਿਹਾ ਬਾਹਰ। ਸਭੋ ਸੱਚ 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 ਵਰਤੈ, ਗੁਰਮੁਖੇ ਕੋਈ ਜਾਣੈ। ਸਭੋ ਕਹਿੰਦੇ ਸਾਰਾ ਸੱਚ ਉਹ ਮਾਲਕ ਪਰਮਾਤਮਾ। 3 ਵਾਰੀ ਲਿਖਤਾ, ਕਹਿੰਦੇ ਸਾਰਾ ਕੁਛ, ਇਹ ਜੋ ਕੁਛ ਵੀ ਮੈਟਰ, ਜੀਵ, ਜੋ ਵੀ ਨਜ਼ਰ ਆ ਰਿਹਾ ਅੰਦਰ ਬਾਹਰ ਤੇਰੇ, ਸਾਰਾ ਕੁਛ ਉਹ ਮਾਲਕ ਪਰਮਾਤਮਾ ਹੀ ਵਰਤ ਰਿਹਾ ਹੈ। ਪਿਆਰਿਆ, ਗੁਰੂ ਦੇ ਅਨੁਸਾਰ ਜਾਣ ਲੈ ਇਸ ਗੱਲ ਨੂੰ। ਕੋਈ ਦੂਸਰਾ ਤੀਸਰਾ ਨਹੀਂ ਹੈਗਾ ਭਾਈ, ਇੱਕ ਓਂਕਾਰ ਇੱਕੋ ਹੀ ਹੈਗਾ ਭਾਈ। ਉਹ ਸਭੋ ਸੱਚ 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 ਵਰਤੈ, ਗੁਰਮੁਖੇ ਕੋਈ ਜਾਣੈ। ਗੁਰੂ ਦੇ ਰਾਹੀਂ ਕੋਈ ਟਾਵਾਂ ਇਸ ਗੱਲ ਨੂੰ ਸਮਝਦਾ ਹੈ, ਜਾਣਦਾ ਹੈ। ਜੰਮਣ ਮਰਨਾ ਹੁਕਮੋਂ ਵਰਤੈ, ਗੁਰਮੁਖੇ ਆਪ ਪਛਾਣੈ। ਕਹਿੰਦੇ ਜੰਮਣ ਮਰਨਾ ਜਿਹੜਾ ਹੈਗਾ ਇਹ ਮਾਲਕ ਦਾ ਆਰਡਰ ਹੈਗਾ, ਹੁਕਮ ਹੈਗਾ। ਇਹ ਵਰਤ ਰਿਹਾ ਦੁਨੀਆ ਦੇ ਵਿੱਚ, ਉਹਦਾ ਹੁਕਮ ਹੈ, ਉਹਦਾ ਆਰਡਰ ਹੈਗਾ। ਇਹਦੇ ਬਗੈਰ ਤੂੰ ਕੁਛ ਨਹੀਂ ਕਰ ਸਕਦਾ, ਤੇਰੀ ਕੋਈ ਚੱਲਣੀ ਨਹੀਂ ਇਸ ਜਗ੍ਹਾ 'ਤੇ। ਗੁਰੂ ਦੇ ਰਾਹੀਂ ਆਪਣੇ ਆਪ ਨੂੰ ਪਛਾਣ ਲਾ, ਬਈ ਤੂੰ ਸਰੀਰ ਨਹੀਂ ਹੈਗਾ। ਆਪਣੇ ਆਪ ਨੂੰ ਪਛਾਣ ਲਾ, ਤੂੰ ਕੌਣ ਹੈਗਾ, ਮੂਲ ਬੁੱਝ ਲਾ ਆਪਣਾ। ਜੰਮਣ ਮਰਨਾ ਹੁਕਮੋਂ ਵਰਤੈ, ਗੁਰਮੁਖੇ ਆਪ ਪਛਾਣੈ। ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਮ ਦੇ ਨਾਲ ਧਿਆਨ ਸਿਮਰਨ 'ਚ ਜਾਏਗਾ ਪਿਆਰਿਆ, ਆਪਣੇ ਅੰਦਰ ਬਣੇਗਾ, ਆਪਣੇ ਵਿਚਾਰ ਬੰਦ ਕਰੇਗਾ, ਸੁਣਨ ਦੀ ਯਾਤਰਾ ਸ਼ੁਰੂ ਕਰੇਗਾ। ਜਿਹੜੀ ਇਹ ਸੁਰਤ ਜਿਹੜੀ ਬਾਹਰ ਘੁੰਮਦੀ ਆ, ਇਹਨੂੰ ਜਿਹੜਾ ਹੈਗਾ ਇਹਨੂੰ ਅੰਦਰ ਆਪਣੇ ਮਨ ਦੇ ਵਿੱਚ ਲਿਜਾਏਗਾ। ਇਹ ਸੁਰਤ ਵਾਲੀ ਚੀਜ਼ ਜਿਹੜੀ ਹੈਗੀ ਮਨ ਦੇ ਕੋਲੋਂ ਇਹ ਖੋਹ ਲਏਗਾ। ਨਾਮ ਧਿਆਏ ਤਾਂ ਧਿਆਨ 'ਚ ਚਲੇ ਜਾਵਾਂਗੇ ਆਪਾਂ। ਬਸ ਧਿਆਨ ਲੱਗ ਗਿਆ, ਪਤਾ ਹੀ ਨਹੀਂ ਆਪਾਂ ਨੂੰ ਸਰੀਰ ਬਾਰੇ, ਇੱਧਰ ਬਾਰੇ, ਦੁਨੀਆ ਬਾਰੇ, ਆਕਾਰ ਬਾਰੇ ਕੁਛ ਪਤਾ ਨਹੀਂ ਹੈ। ਬਸ ਉਹ ਸੁਰਤ ਜਿਹੜੀ ਹੈਗੀ ਟਿਕ ਗਈ। ਸੁਰਤ ਨੂੰ ਦੇਖ ਲਓ ਭਾਈ, ਬਸ ਬੈਠਦੇ ਸਾਰ ਆਪਣੀ ਸੁਰਤ ਨੂੰ ਫੜ ਲਓ। ਬਸ ਆਹੀ ਭਗਤੀ ਹੈਗੀ। ਜੰਮਣ ਮਰਨਾ ਹੁਕਮੋਂ ਵਰਤੈ, ਗੁਰਮੁਖੇ ਆਪ ਪਛਾਣੇ। ਨਾਮ ਧਿਆਏ ਤਾਂ ਸਤਿਗੁਰ ਪਾਏ। ਨਾਮ ਧਿਆਏ ਤਾਂ ਸਤਿਗੁਰ ਪਾਏ, ਤਾਂ ਗੁਰੂ ਨੂੰ ਪਾ ਗਿਆ ਪਾਏ। ਫਿਰ ਗੁਰੂ ਦੀ ਦਾਤ ਮਿਲ ਜਾਣੀ। ਜੋ ਇੱਛਾ ਸੋ ਫਲ ਪਾਏ, ਜੋ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਤੂੰ ਕਰਕੇ ਤਾਂ ਦੇਖ। ਨਾਨਕ ਤਿਸ ਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਔਰ ਜਿਹਨੇ ਆਪਣੇ ਵਿੱਚੋਂ ਆਪ ਹਉਮੈ ਮੈਂ ਮੇਰੀ, ਇਹਦੇ ਨਾਲ ਹੀ ਜਾਣੀ ਹੈ ਭਾਈ।
ਉਹਦਾ ਕਹਿੰਦੇ ਸਾਰਾ ਕੁਝ ਹੋ ਜਾਣਾ, ਸਾਰਾ ਕੁਝ, ਕੋਈ ਚੀਜ਼ ਰਹਿਣੀ ਨਹੀਂ, ਕੋਈ ਡਿਮਾਂਡ ਉਹਦੇ ਕੋਲ ਕੋਈ ਚੀਜ਼ ਐਸੀ ਨਹੀਂ। ਨਾਨਕ ਤਿਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਵਾਏ। ਜਿਹੜਾ ਵਿੱਚੋਂ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜੀ ਹੈਗੀ ਔਰ ਆਪਣਾ ਆਪ ਗਵਾਉਣਾ ਇਸੇ ਤਰੀਕੇ ਦੇ ਨਾਲ ਹੋਣਾ ਹੈ। ਸੱਚ ਦਾ ਪਤਾ ਲੱਗਣਾ ਹੈ ਆਪਾਂ ਨੂੰ, ਮਾਲਕ ਦੇ ਨਾਲ ਜੁੜਾਂਗੇ ਆਪਾਂ, ਉਹ ਲੱਕੀ ਟੋਣੀ ਹੋਏਗੀ ਅਤੇ ਆਪਾਂ ਜਿਹੜੇ ਹੈਗੇ ਆਪ ਆਪਣੇ ਆਪ ਨੂੰ ਗਵਾ ਸਕਾਂਗੇ। ਇੱਕ ਹੋਰ ਲੈ ਲਈਏ ਜੀ। ਸੂਹੀ ਮਹਲਾ ਤੀਜਾ। ਕਾਇਆ ਕਾਮਣੇ ਅੱਤ ਸਵਾਲਿਓ ਪਿਰ ਵਸੈ ਜਿਸ ਨਾਲੇ। ਕਹਿੰਦੇ ਦੇਖ ਲਾ ਸ਼ਰੀਰ ਤੈਨੂੰ ਮਿਲਿਆ ਹੋਇਆ ਪਿਆਰਿਆ, ਇਹਦੇ ਅੰਦਰ ਉਹ ਮਾਲਕ ਪਰਮਾਤਮਾ ਹੈਗਾ। ਇੰਨਾ ਸੋਹਣਾ ਸਰੀਰ ਤੈਨੂੰ ਮਿਲਿਆ ਹੋਇਆ ਹੈ, ਪਰਮਾਤਮਾ ਇਹਦੇ ਵਿੱਚ ਵਸ ਰਿਹਾ ਹੈ। ਔਰ ਦੇਖ ਤੈਨੂੰ ਪਤਾ ਹੀ ਨਹੀਂ ਹੈ ਇਸ ਗੱਲ ਦਾ, ਤੈਨੂੰ ਪਤਾ ਹੀ ਨਹੀਂ ਤੂੰ ਕੌਣ ਆ, ਤੈਨੂੰ ਪਤਾ ਹੀ ਨਹੀਂ ਤੂੰ ਆਤਮਾ ਹੈਗਾ, ਤੂੰ ਜੋਤ ਹੈਗਾ ਆ। ਤੈਨੂੰ ਇਹਦਾ ਮਹੱਤਵ ਹੀ ਨਹੀਂ ਪਤਾ, ਤੈਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਤੂੰ ਕੌਣ ਹੈਗਾ। ਕਿੰਨੀ ਦੇਖੋ ਕਿਸੇ ਨੂੰ ਵੀ ਪੁੱਛ ਲਾ ਵੀ ਹੂ ਆਰ ਯੂ, ਤੂੰ ਕੌਣ ਹੈ, ਕੋਈ ਜਵਾਬ ਹੀ ਨਹੀਂ, ਕੋਈ ਦੇ ਹੀ ਨਹੀਂ ਸਕਦਾ, ਜਵਾਬ ਦਿੰਦੇ ਹੀ ਨਹੀਂ ਕੌਣ ਹੈ। ਭਾਈ ਮੈਂ ਜੀ ਇਹ ਫਲਾਨਾ ਹੈਗਾ, ਮੈਂ ਜੀ ਆਹ ਹੈਗੀ ਹਾਂ, ਬਸ। ਕਾਇਆ ਕਾਮਣੇ ਅੱਤ ਸਵਾਲਿਓ ਪਿਰ ਵਸੈ ਜਿਸ ਨਾਲੇ। ਮਾਲਕ ਤੇਰਾ ਪਤੀ ਵਸ ਰਿਹਾ ਇਹਦੇ ਨਾਲ। ਫਿਰ ਸੱਚੇ ਤੇ ਸਦਾ ਸੁਹਾਗਣੇ ਗੁਰ ਕਾ ਸ਼ਬਦ ਸੰਭਾਲੇ। ਆਪਾਂ ਜਿਹੜੇ ਹੈਗੇ ਇਸ ਤਰ੍ਹਾਂ ਹੀ ਜਿਹੜੀ ਹੈਗੀ ਉਹ ਦੁਹਾਗਣ ਦੀ ਤਰ੍ਹਾਂ ਹੀ ਜਿਹੜੇ ਹੈਗੇ ਜੀਵਨ ਗੁਜ਼ਾਰ ਦਿੰਦੇ। ਜੇ ਉਹ ਫਿਰ ਸੱਚਾ ਜੇ ਅੰਦਰ ਪ੍ਰਗਟ ਹੋ ਜਾਏ ਤੇ ਸੁਹਾਗਣ ਹੋ ਜਾਵਾਂਗੇ ਆਪਾਂ। ਆਇਆ ਪਾਈ ਅੱਤ ਸਵਾਲਿਓ ਕਾਇਆ, ਇਹ ਵਹੀਕਲ ਮਿਲੀ ਹੋਈ ਆ ਆਪਾਂ ਨੂੰ, ਇਹ ਘੋੜੀ। ਫਿਰ ਸੱਚੇ ਤੇ ਸਦਾ ਸੁਹਾਗਣੇ, ਹਮੇਸ਼ਾ ਸੁਹਾਗਣ ਹੋ ਸਕਦੇ ਹਾਂ ਜੇ ਗੁਰੂ ਦਾ ਸ਼ਬਦ ਸੰਭਾਲ ਲਵਾਂਗੇ, ਜੇ ਉਹ ਲੱਕੀ ਟੋਣੀ ਲੈ ਲਾਂਗੇ ਨਾਮ ਵਾਲੀ। ਹਰ ਕੀ ਭਗਤ ਸਦਾ ਰੰਗੇ ਰਾਤਾ ਹਉਮੈ ਵਿੱਚੋਂ ਜਾਲੇ। ਆਇਆ ਦੇਖ ਲਓ ਬਾਣੀ ਬਾਰ ਬਾਰ ਉਸੇ ਤੇ ਆਉਣਾ ਹੈ ਗੱਲ। ਹਰ ਕੀ ਭਗਤ, ਇਹੀ ਭਗਤੀ ਹੈ। ਸਦਾ ਰੰਗ ਰਾਤਾ, ਉਹਦੇ ਰੰਗ 'ਚ ਹਮੇਸ਼ਾ ਰੰਗਿਆ ਜਾਂਦਾ ਇਨਸਾਨ। ਹਉਮੈ ਵਿੱਚੋਂ ਜਾਲੇ, ਹਉਮੈ ਸੜ ਜਾਂਦੀ ਹੈ, ਮੈਂ ਮੇਰੀ ਖਤਮ ਹੋ ਜਾਂਦੀ ਹੈ। ਕਿਆ ਕਮਾਲ ਦੀ ਜਿਹੜੀ ਹੈਗੀ ਦੇਖ ਲਓ ਗੁਰੂ ਦੀ ਮੱਤ ਹੈ, ਕਮਾਲ ਦੀ ਚੀਜ਼ ਦੇ ਰਹੀ ਹੈ ਗੁਰੂ ਦੀ ਮੱਤ। ਵਾਹ ਵਾਹ ਪੂਰੇ ਗੁਰ ਕੀ ਬਾਣੀ। ਆਇਆ ਪੂਰੇ ਗੁਰੂ ਦੀ ਬਾਣੀ ਪਾਈ, ਵਾਹ ਵਾਹ ਕਹਿੰਦੇ ਵਾਹ ਵਾਹ ਐਸੀ ਮੈਨੂੰ ਜਿਹੜਾ ਹੈ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਕੌਣ ਹੈ। ਵਾਹ ਵਾਹ ਪੂਰੇ ਗੁਰ ਕੀ ਬਾਣੀ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਪੂਰੇ ਗੁਰੂ ਤੋਂ ਪੈਦਾ ਹੋਈ ਹੈ ਭਾਈ, ਪੂਰੇ ਗੁਰੂ ਤੋਂ। ਜਦ ਤੱਕ ਗੁਰਮਤਿ ਨਹੀਂ ਆ ਪਤਾ ਹੀ ਨਹੀਂ ਆਪਾਂ ਨੂੰ ਵੀ ਆਇਆ ਲੱਕੀ ਟੋਣੀ, ਆਇਆ ਪੂਰੇ ਗੁਰੂ ਦੀ ਬਾਣੀ। ਗੁਰੂ ਦੀ ਮੱਤ ਦੇ ਦੁਆਰਾ ਬਾਣੀ ਅੰਦਰ ਜਿਹੜੀ ਹੈ ਆਪਾਂ ਧਿਆਨ ਸਿਮਰਨ ਕਰ ਰਹੇ, ਆਹ ਬਾਣੀ ਹੈਗੀ। ਵਾਹ ਵਾਹ, ਇਹ ਵਾਹ ਵਾਹ ਹੀ ਬਾਣੀ ਹੈਗੀ। ਵਾਹ ਵਾਹ ਪੂਰੇ ਗੁਰ ਕੀ ਬਾਣੀ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਪੈਦਾ ਹੋਣੀ ਹੈ ਗੁਰੂ ਤੋਂ, ਪੂਰੇ ਗੁਰੂ ਤੋਂ ਪੈਦਾ ਹੋਣੀ ਹੈ ਭਾਈ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਇਹ ਸ਼ਬਦ ਗੁਰੂ ਹੈਗਾ, ਇਹਨੇ ਅੰਦਰ ਪੈਦਾ ਹੋਣਾ ਹੈ ਔਰ ਸੁਰਤ ਨੇ ਚੇਲਾ ਹੋ ਜਾਣਾ ਹੈ। ਉਹ ਸੁਰਤ ਜਿਹੜੀ ਚੀਜ਼ ਹੈ ਉਹ ਵਹੀਕਲ ਜਿਹੜੀ ਹੈਗੀ ਇਹਦੇ ਨਾਲ ਜੁੜ ਜਾਣੀ, ਉਹਦੇ ਪਿੱਛੇ ਪਿੱਛੇ ਚੱਲਣਾ ਹੈ ਉਹਨੇ, ਸੁਰਤ ਨੇ। ਵਾਹ ਵਾਹ ਪੂਰੇ ਗੁਰ ਕੀ ਬਾਣੀ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ। ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ। ਕਹਿੰਦੇ ਤੇਰਾ ਸਰੀਰ ਐਵੇਂ ਨਹੀਂ ਹੈ ਪਿਆਰਿਆ, ਇਸ ਖੰਡ ਮੰਡਲ ਪਤਾਲ ਜੋ ਵੀ ਕੋਈ ਸ੍ਰਿਸ਼ਟੀ ਹੈਗੀ ਸਾਰੀ ਦੀ ਸਾਰੀ ਸ੍ਰਿਸ਼ਟੀ ਇਹ ਤੇਰੇ ਸਰੀਰ ਦੇ ਅੰਦਰ ਹੀ ਹੈਗੀ। ਦੇਖ ਲਾ ਪਿਆਰਿਆ, ਜਾਂ ਤਾਂ ਤੂੰ ਸ੍ਰਿਸ਼ਟੀ ਦੇ ਵਿੱਚ ਲੱਗ ਜਾ, ਜਾਂ ਤੂੰ ਸ੍ਰਿਸ਼ਟੀ ਦੇ ਕਰਤੇ ਦੇ ਵਿੱਚ, ਉਹ ਵੀ ਵਿੱਚ ਹੀ ਬੈਠਾ ਹੈ, ਉਹ ਵੀ ਕਰਤਾ ਵੀ ਤੇਰੇ ਅੰਦਰ ਹੀ ਹੈਗਾ। ਕਾਇਆ ਅੰਦਰ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤੀਪਾਲਾ। ਸਾਰਿਆਂ ਦੀ ਪਾਲਣ ਪੋਸ਼ਣ ਕਰਨ ਵਾਲਾ ਮਾਲਕ ਪਰਮਾਤਮਾ ਉਹ ਵੀ ਤੇਰੇ ਅੰਦਰ ਹੀ ਵਸ ਰਿਹਾ ਹੈ। ਕਾਇਆ ਦੇ ਅੰਦਰ ਹੀ ਉਹਨੇ ਮਿਲਣਾ ਹੈ। ਕਮਾਲ ਹੈ, ਦੇਖੋ ਜੀ ਕਮਾਲ ਦਾ ਗਿਆਨ ਹੈ। ਕਾਇਆ ਅੰਦਰ ਸਭ ਕੁਛ ਵਸੈ ਖੰਡ ਮੰਡਲ ਪਾਤਾਲਾ।
ਉਸੇ ਨੇ ਤਾਂ ਬਣਾਏ ਆ ਸਾਰੇ ਦੇ ਸਾਰੇ। ਖੰਡ ਮੰਡਲ ਪਤਾਲ ਕੀ ਹੈਗੇ, ਕਿੱਥੇ ਜਾਣਗੇ, ਕਿੱਥੋਂ ਆਏ ਆ ਇਹ ਸਾਰੇ? ਕਾਇਆ ਅੰਦਰ ਜਗਜੀਵਨ ਦਾਤਾ, ਉਹਦੇ ਜਗਜੀਵਨ ਦੇ ਦਾਤੇ ਕੋਲੋਂ ਤਾਂ ਆ ਰਹੇ ਸਾਰੇ ਦੇ ਸਾਰੇ। ਉਹਦੇ ਵਿੱਚ ਤਾਂ ਹੈਗੇ ਸਾਰੇ ਦੇ ਸਾਰੇ, ਉਹਦੇ ਵਿੱਚ ਤਾਂ ਸਮਾ ਲੈਣੇ ਸਾਰੇ ਦੇ ਸਾਰੇ। ਕਾਇਆ ਅੰਦਰ ਸਭ ਕੁਛ ਵਸਾ, ਖੰਡ ਮੰਡਲ ਪਾਤਾਲਾ, ਕਾਇਆ ਅੰਦਰ ਜਗ ਜੀਵਨ ਦਾਤਾ, ਸਭਨਾ ਕਰੇ ਪ੍ਰਤੀਪਾਲਾ। ਸਾਰਿਆਂ ਦਾ ਮਾਲਕ ਪਾਲਣ ਪੋਸ਼ਣ ਕਰ ਰਿਹਾ। ਕਾਇਆ ਕਾਮਣੇ ਸਦਾ ਸੁਹੇਲੀ, ਗੁਰਮੁਖੇ ਨਾਮ ਸੰਭਾਲਾ। ਬਸ ਜੇ ਤੂੰ ਚਾਹੁੰਦਾ ਆ, ਇਹ ਕਾਇਆ ਇਹ ਕਾਮਣ ਕਹਿੰਦੇ ਆ, ਇਹ ਮਾਲਕ ਪਰਮਾਤਮਾ ਮੋਇਆ ਜਾਏ, ਇਹਦੇ ਕੋਲ ਤੇਰੇ ਕੋਲ ਆ ਕਾਇਆ ਦੇ ਨਾਲ ਚਾਂਸ ਹੈਗਾ ਇਸ ਕੰਮ ਦੇ ਵਾਸਤੇ। ਸਦਾ ਸੁਹੇਲੀ, ਸਦਾ ਹੀ खुशहाल हो जाएगी भाई, तू खुशहाल हो जाएगा, तेरा जीवन खुशहाल हो जाएगा, तू सुहागवती हो जाएंगी। गुरमुख नाम संभाला, जे गुरु दे राही नाम वाला काम शुरू कर दे, संभालना नाम नूं। काया अंदर आपे वस है, अलख ना लखिया जाए। कहते वो मालक परमात्मा जिहड़ा बाहर भालदा है बाहर, वो अंदर तेरे वस रहा प्यारे, अंदर मिलना उन्हें अंदर प्रगट होना है। बाहर तो वो जिहड़ा गुप्त रूप च हैगा। काया अंदर आपे वस है, अलख लखिया नहीं जाता, ना लखिया अलख ना लखिया जाए, इस तरह तो नहीं लखिया जाना। वो मनमुख मुग्ध बूझे ना ही बाहर भालन जाए। मनमुख फिर नाउन आ गया, मुग्ध मूर्छित होया पिया माया दे विच, बाहर भालन जा रहा है, मालक नूं बाहर लभ रहा। जिन्हें मिलना हैगा अंदर, उन्होंने बाहर लभ रहा है। बाहर तो कहते मालक कहता मैं तो बाहर लभण का कोई तेनों बनाया नहीं, बाहर तो मैं प्रगट ही नहीं होंदा तेरे अंदर, मैं तो तेरे अंदर ही प्रगट होना है। मालक ने प्रगट होने की जगह एको ही रखी है, कहते मीटिंग पॉइंट इज वन एंड ओनली वन। होर किथे तू मैनू नहीं लभ सकदा। मनमुख मुग्ध बूझे नाही, बाहर भालन जाई। सतगुर सेवे सदा सुख पाए, सतगुरे अलख दिता लखाई। सतगुर दोनों जगह देखो, ऊपर सतगुर आया नाउन दे रूप च आया, थले आया सतगुरे, गुरु ने, सतगुरु ने। सतगुर सेवे, जे सतगुर के अनुसार सेवा करेगा सदा सुख पाए, हमेशा वास्ते सुखी हो जाएगा। उस सेवा के नाल की होएगा, सतगुरे अलख दिता लखाई, जिहड़ा नहीं दिसदा सी पाए। काया दे अंदर वसदा सी, अलख ना लखिया जाए। और आपां बाहर पालदे सीगे तीर्थां ते इधर उधर। कहंदे उन्हें तो बिल्कुल प्रैक्टिकल कराता गुरु ने, अलख दिता लखाई। नहीं लखिया जा रहा सी, नहीं दिसदी सी आत्मा, उन्हें बढ़ा दी मैनू। सतगुर सेवे सदा, जब तक आत्मा प्रगट नहीं होंदी तद तक यात्रा रुकदी नहीं है, तद तक यात्रा रुकदी नहीं है भाई। ये चेतना इन्हें आत्मा दे विच ही जाके लीन होना है। सतगुर सेवे सदा सुख पाए, सतगुरे अलख दिता लखाई। काया अंदर रतन पदार्थ, भगत भरे भंडारा। बस जे अंतर काया दे बढ़ेगा प्यारिया, अंदर सुरत लैके जाएगा। नाम रूपी किन्ना कीमती रतन है, किन्ने गुण पे है तेरे अंदर, सारे गुण आ जाएंगे। काया अंदर रतन पदार्थ, भगत भरे भंडारा, भगती दे भंडार भरे पे। ये भगत जिहड़ा तत्ते दी सियारी दे नाल जिथे भी आऊगा, ये भगती है इहदा मतलब। ये तत्ते दी सियारी लगी हुई आ, ये तत्ते दी सियारी दी अपनी हैगी आ, ये अर्थां वास्ते नहीं लगी। जे भगत जिहड़ा हैगा, जे भगती करन वाले भगत की गल करनगे तो उत्थे जिहड़ा तत्ते नूं औंकड़ लगेगी, जां तत्ता मुक्ता आएगा। जे मुक्ता है पब्बा गग्गा तत्ता आया तो उसका मतलब होएगा बहुत सारे भगत। जे औंकड़ लगी है एक भगत, तत्ते की सियारी हैगी ते भगती। काया अंदर रतन पदार्थ, भगत भरे भंडारा। कहते भगती दे भंडार भरे पे आ प्यारिया, तू तो कित्थे जिहड़ा हैगा, किन्ने कीमती चीज़ां तेरे अंदर पईयां हैं, बेशकीमती रतन जवाहर तेरे अंदर हैगे। तू की करी जा रहे हैं, की लभ रहा है तू? काया अंदर रतन पदार्थ, भगत भंडारे भरे भंडारा। इन्होंने नाल जाना है अपने,
ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਭੰਡਾਰਾ। ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹਾਟ ਪੱਟਣ ਬਾਜ਼ਾਰਾ। ਇਹ ਕਾਇਆ ਦੇ ਅੰਦਰ ਜਿਹੜੀ ਹੈਗੀ ਇਹ ਧਰਤੀ ਜੋ ਪਦਾਰਥ ਤੂੰ ਲੱਭ ਰਿਹਾ ਆ, ਜੋ ਸਾਰਾ ਕੁਛ ਕਰ ਰਿਹਾ ਪਿਆਰਿਆ, ਇਹ ਕੁਛ ਵੀ ਨਹੀਂ ਹੈਗਾ। ਇਹ ਵੀ ਤੇਰੇ ਅੰਦਰੋਂ ਜਿਹੜਾ ਹੈਗਾ, ਤੇਰੇ ਅੰਦਰ ਸਾਰਾ ਕੁਛ ਇਹ ਤਾਂ ਕੁਛ ਵੀ ਨਹੀਂ, ਇਹ ਤਾਂ ਫੋਕ ਹੈ। ਇਹ ਤਾਂ ਵੈਸੇ ਜਿਹੜਾ ਖਿਲਾਰਿਆ ਪਿਆ ਮਾਲਕ ਨੇ ਇਹ ਸਾਰੇ ਦੇ ਸਾਰੇ। ਔਰ ਇਹਦੇ ਵਾਸਤੇ ਵੀ ਦੇਖੋ ਆਪਣੇ ਅੰਦਰ ਹੀ ਵਿਚਾਰ ਪੈਦਾ ਹੋਣੇ ਆ। ਜੇ ਬਾਹਰ ਜਿਹੜਾ ਹੈ, ਜਿਹੜੇ ਮਨਮੁਖ ਮਨ ਦੇ ਪਿੱਛੇ ਬਾਹਰ ਆਕਾਰ ਦੇ ਪਦਾਰਥਾਂ ਦੇ ਪਿੱਛੇ ਲੱਗੇ ਆ, ਇਹਦੀਆਂ ਵੀ ਹੱਟੀਆਂ ਅੰਦਰ ਹੀ ਹੈਗੀਆਂ ਸਾਰੀਆਂ। ਹੱਟ ਪੱਟਣ ਬਾਜ਼ਾਰਾ, ਬਾਜ਼ਾਰੋਂ ਜੋ ਵੀ ਸਵਾਦ ਰਸ ਕਸ ਦੁਨੀਆ ਦੇ ਪਦਾਰਥ ਭੋਗਦੇ ਆ, ਆਪਣੇ ਅੰਦਰੋਂ ਹੀ ਜਿਹੜਾ ਹੈਗਾ ਵਿਚਾਰ ਤਾਂ ਆਪਣੇ ਅੰਦਰੋਂ ਹੀ ਚੱਲਦੇ ਸਾਰੇ ਦੇ ਸਾਰੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਹਾਂ, ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹਾਟ ਪੱਟਣ ਬਾਜ਼ਾਰਾ। ਇਸ ਕਾਇਆ ਅੰਦਰ ਨਾਮ ਨਵਨਿਧ, ਇਸ ਕਾਇਆ ਅੰਦਰ ਨਾਮ ਨਵਨਿਧ ਪਾਈਏ ਗੁਰ ਕੈ ਸ਼ਬਦੇ ਵਿਚਾਰਾ। ਬਸ ਕਾਇਆ ਦੇ ਅੰਦਰ ਕਹਿੰਦੇ ਨਾਮ ਆ, 9 ਨਿਧੀ 18 ਸਿੱਧੀਆਂ, ਇੰਨਾ ਕੀਮਤੀ ਨਾਮ ਆ। ਇਹ ਮਿਲੂਗਾ ਗੁਰ ਕੈ ਸ਼ਬਦੇ ਵਿਚਾਰਾ। ਜੇ ਗੁਰੂ ਦੇ ਸ਼ਬਦਾਂ ਨੂੰ ਵਿਚਾਰ ਕੇ ਜਿਹੜਾ ਹੈਗਾ ਇਹ ਨਾਮ ਵਾਲੀ ਜਿਹੜੀ ਹੈਗੀ ਲਕਟੀ ਟੋਣੀ ਸ਼ਬਦ ਵਾਲੀ ਜਿਹੜੀ ਹੈਗੀ ਆ ਅੰਦਰ ਆਪਣੇ ਵਿਚਾਰ ਬੰਦ ਕਰਨ ਵਾਲੀ, ਆਹ ਚੀਜ਼ ਨੂੰ ਇਸ ਚੀਜ਼ ਤੇ ਪਹੁੰਚ ਜਾਏਗਾ। ਇਸ ਦੇ ਉੱਤੇ ਜਿਹੜਾ ਹੈਗਾ ਜੇ ਤੂੰ ਸ਼ੁਰੂ ਕਰ ਦੇਂਗਾ, ਆਹ ਯਾਤਰਾ ਸ਼ੁਰੂ ਕਰ ਦੇਂਗਾ, ਟੋਣ ਵਾਲੀ ਯਾਤਰਾ ਸ਼ੁਰੂ ਕਰ ਦੇਂਗਾ, ਤੁਰਨਾ ਸ਼ੁਰੂ ਕਰ ਦੇਂਗਾ ਆਪਣੇ ਅੰਦਰ ਸੁਰਤ ਲੈ ਕੇ। ਇਸ ਕਾਇਆ ਅੰਦਰ ਸਮਾਂ ਦੇਂਗਾ, ਸਵਾਸ ਦੇਂਗਾ, ਨਾਮ ਤਨ ਇਕੱਠਾ ਕਰੇਗਾ। ਇਸ ਕਾਇਆ ਅੰਦਰ ਨਾਮ ਨਵਨਿਧ ਪਾਈਏ ਗੁਰ ਕੈ ਸ਼ਬਦੇ ਵਿਚਾਰਾ। ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ। ਤੂੰ ਕਰੀ ਜਾ ਪਿਆਰਿਆ, ਤੂੰ ਕਰੀ ਜਾ, ਉਹਨੇ ਆਪੇ ਤੋਲ ਲੈਣਾ ਆ। ਉਹ ਤੇਰੇ ਅੰਦਰ ਹੀ ਆ, ਤੋਲ ਲੈਣਾ ਤੇਰੀ ਭਗਤੀ ਨੂੰ। ਜੋ ਦੇਣਾ ਇਹਨੇ ਤੋਲ ਕੇ ਦੇ ਦੇਣਾ ਤੈਨੂੰ। ਜਿੰਨੀ ਜਿੰਨੀ ਕਰੀ ਜਾਏਗਾ ਤੇ ਹੀ ਜਾਊਗਾ ਉਹ। ਕਾਇਆ ਅੰਦਰ ਤੋਲ ਤੁਲਾਵੈ, ਕਾਇਆ ਅੰਦਰ ਤੋਲ ਤੁਲਾਵੈ ਆਪੇ ਤੋਲਣ ਹਾਰਾ। ਇਹ ਮਨ ਰਤਨ ਜੋ ਆਹਰ ਮਾਣਕ, ਤਿਸ ਕਾ ਮੋਲ ਅਫਾਰਾ। ਦੇਖ ਲਾ ਪਿਆਰਿਆ, ਤੇਰਾ ਮਨ ਜਿਹੜਾ ਹੈਗਾ ਇੰਨਾ ਕੀਮਤੀ ਹੈਗਾ। ਇਹਦੇ ਨਾਲ ਉਹ ਨਾਮ ਰੂਪੀ ਜਿਹੜਾ ਹੈਗਾ ਉਹ ਰਤਨ ਤੇਰੇ ਮਨ ਦੇ ਨਾਲ ਪ੍ਰਗਟ ਹੋ ਜਾਣਾ ਹੈ। ਇਹ ਮਨ ਰਤਨ ਜੋ ਆਹਰ ਮਾਣਕ, ਤਿਸ ਕਾ ਮੋਲ ਅਫਾਰਾ। ਉਹ ਕੀਮਤੀ, ਦੇਖ ਲਾ, ਮਨ ਨੂੰ ਮਨਾ ਲਾ ਆਪਣੇ ਨੂੰ, ਪਤੰਦਰ ਨੂੰ, ਵੀ ਉਹ ਰਤਨ ਜੋ ਆਹਰ ਜਿਹੜਾ ਕੀਮਤੀ ਮਾਣਕ ਹੈਗਾ ਉਹਦਾ ਮੁੱਲ ਬੇਸ਼ਕੀਮਤੀ, ਉਹਦਾ ਮੁੱਲ ਨਹੀਂ ਕੋਈ ਪਾ ਸਕਦਾ। ਤਿਸ ਕਾ ਮੁੱਲ ਅਫਾਰਾ, ਨਹੀਂ ਕੋਈ ਜਿੰਨਾ ਮਰਜ਼ੀ ਬੋਲੀ ਜਾਏ ਉਹਦਾ ਮੁੱਲ ਦੇ ਹੀ ਨਹੀਂ ਸਕਦਾ, ਕਹਿ ਹੀ ਨਹੀਂ ਸਕਦਾ ਉਹਦਾ ਨਾਮ ਰੂਪੀ ਰਤਨ ਦਾ ਕਿੰਨਾ ਕੁ ਮੁੱਲ ਹੈਗਾ। ਇਹ ਮਨ ਰਤਨ ਜੋ ਆਹਰ ਮਾਣਕ, ਤਿਸ ਕਾ ਮੋਲ ਅਫਾਰਾ। ਮੋਲ ਕਿਤਹੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰਾ। ਹੋਰ ਕਿਸੇ ਮੁੱਲ ਦੇ ਨਾਲ ਨਾਮ ਨਹੀਂ ਮਿਲਦਾ ਪਾਏ। ਨਾਮ ਨੇ ਮਿਲਣਾ ਹੈ, ਗੁਰੂ ਨੂੰ ਵਿਚਾਰ ਲਏਗਾ, ਜੋ ਗੁਰੂ ਕਹਿ ਰਿਹਾ ਕਿਵੇਂ ਮਿਲਣਾ ਹੈ, ਕੀ ਕਰਨਾ ਪਊਗਾ, ਤਾਂ ਨਾਮ ਮਿਲਣਾ ਹੈ। ਆਪਣੇ ਅੰਦਰ ਵੜਨਾ ਪਊਗਾ, ਰਾਮ ਰਾਮ ਬੋਲ ਬੋਲ ਇੱਕ ਅੱਖਰ ਤੇ ਆਉਣਾ ਪਊਗਾ ਔਰ ਵਿਚਾਰ ਬੰਦ ਕਰਨੇ ਪਊਗੇ। ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਗੁਰੂ ਦੇ ਆਖੇ ਲੱਗੇਗਾ, ਗੁਰਮੁਖ ਸਿਸਟਮ ਚ ਆਏਗਾ ਤੇ ਕਾਇਆ ਦੇ ਅੰਦਰ ਵੜੇਗਾ। ਹੁਣ ਤੂੰ ਬਾਹਰ ਆਪਣੀ ਸੁਰਤ ਬਾਹਰ ਆਕਾਰ ਜੋ ਵੀ ਦ੍ਰਿਸ਼ਟਮਾਨ ਪਦਾਰਥ ਉਧਰ ਨੂੰ ਘੁੰਮਦੀ ਹੈ, ਇਹਨੂੰ ਅੰਦਰ ਲੈ ਜਾ। ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਬਾਕੀ ਸਾਰੇ ਮਾਇਆ ਆਕਾਰ ਭਰਮ, ਇਹ ਤਾਂ ਧੋਖਾ ਹੈ, ਟਰੈਪ ਹੈਗੀ। ਕੋਈ ਚੀਜ਼ ਜਿਹੜੀ ਹੈਗੀ ਇਹ ਤਾਂ ਇੱਕ ਸਕਿੰਟ ਦੇ ਵਿੱਚ ਜਿਹੜੀ ਹੈ ਸਾਰੀ ਸ੍ਰਿਸ਼ਟੀ ਜਿਹੜੀ ਹੈ ਗਾਇਬ ਹੋ ਜਾਏਗੀ। ਇਹ ਤਾਂ ਸਾਰੀ ਮਾਇਆ ਦੇ ਪਰਛਾਵਾਂ, ਪਰਮਾਤਮਾ ਮਾਇਆ ਕੀ ਹੈ, ਪਰਮਾਤਮਾ ਦੀ ਪਰਛਾਈ ਹੈਗੀ। ਗੁਰਮੁਖ ਹੋਵੇ। ਔਰ ਸਾਇੰਟਿਸਟ ਵੀ ਕਹਿੰਦੇ ਆ ਜਿਹੜੀ ਮੈਟਰ, ਜਿਹੜਾ ਵੀ ਮੈਟਰ ਸਾਰਾ ਕੁਝ ਆਪਾਂ ਨੂੰ ਦਿਸ ਰਿਹਾ, ਕਹਿੰਦੇ ਇਹ ਤਾਂ ਲਾਈਵ ਹੈਗਾ। ਇਹਦੇ ਅੰਦਰ ਜਿਹੜਾ ਹੈਗਾ ਇਲੈਕਟ੍ਰੋਨ ਪ੍ਰੋਟੋਨ ਇਲੈਕਟ੍ਰੋਨਸ ਆਰ ਰਿਵਾਲਵਿੰਗ। ਨੈਗੇਟਿਵ ਚਾਰਜ ਹੈਗਾ, ਪੋਜ਼ਿਟਿਵ ਚਾਰਜ ਹੈਗਾ, ਸ਼ਕਤੀ ਹੈਗੀ ਸਿਰਫ। ਇਹ ਮੈਟਰ ਜਿਹੜਾ ਹੈਗਾ ਕੁਆਂਟਮ, ਸਾਰੀ ਤੇ ਸਾਰੀ ਪਾਵਰ ਹੈਗੀ ਹੈ। ਇਹਨੂੰ ਨਾ ਨਸ਼ਟ ਕੀਤਾ ਜਾ ਸਕਦਾ ਹੈ। ਬਸ ਇਹ ਪਾਵਰ ਹੈ, ਇਸ ਤਰ੍ਹਾਂ ਹੀ ਇਹਨੇ ਜਿਹੜਾ ਹੈਗਾ ਟਰਾਂਸਫਾਰਮ ਹੋ ਹੀ ਜਾਣਾ ਹੈ।
ਜਦ ਮਾਲਕ ਨੇ ਚਾਹਣਾ ਇਹਨੂੰ ਖਿੱਚ ਲੈਣਾ। ਕਿੱਥੇ ਚਲੇ ਜਾਂਦੇ ਸਾਰੇ ਦੇ ਸਾਰੇ ਪਲੈਨਟ? ਕਹਿੰਦੇ ਬਲੈਕ ਹੋਲ 'ਚ ਚਲੇ ਗਏ। ਬਲੈਕ ਹੋਲ ਕਿਹੜਾ ਬਲੈਕ ਹੋਲ ਆ ਭਾਈ? ਉਹ ਤਾਂ ਮਾਲਕ ਪਰਮਾਤਮਾ ਆਪ ਹੀ ਹੈ ਸਾਰਾ। ਗੁਰਮੁਖ ਹੋਵੈ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ, ਜਿਸਨੂੰ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਮਾਲਕ ਨੇ ਦੇਣੀ ਹੈ ਦਾਤ ਪਾਈ, ਉਸ ਨੇ ਲੈਣੀ ਹੈ। ਬਾਕੀ ਆਪਾਂ ਕੀ ਚਤੁਰਾਈ ਕਰ ਸਕਦੇ ਹਾਂ। ਅਵਤਾਰ ਜੀ ਮਾਈਕ ਬੰਦ ਕਰ ਦਿਓ ਜੀ ਪਲੀਜ਼। ਕਾਹਦੇ ਵਾਸਤੇ ਖੋਲਤਾ ਮਾਈਕ? ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੀ। ਵਾਹਿਗੁਰੂ, ਉਹ ਜਿਹੜੀ ਤੁਸੀਂ ਕਹਿੰਦੇ ਬਲੈਕ ਹੋਲ। ਹਾਂਜੀ ਸੌਰੀ, ਉਹ ਅੰਦਰ ਕੰਮ ਕਰਦੇ ਸੀ ਇਸ ਕਰਕੇ ਆਵਾਜ਼ ਆਈ। ਸੌਰੀ ਅਬਾਊਟ ਦੈਟ। ਨਹੀਂ, ਬਲੈਕ ਹੋਲ ਜਿੱਦਾਂ ਕਹਿੰਦੇ ਵੀ ਪਰਮਾਤਮਾ ਜਦੋਂ ਤੁਸੀਂ ਅਭਿਆਸ 'ਚ ਬਹਿੰਦੇ ਆ ਤੇ ਉਦੋਂ ਵੀ ਤੁਹਾਨੂੰ ਕਾਲਾ ਹੀ ਨਜ਼ਰ ਆਉਂਦਾ ਜੀ। ਸੋ ਕਾਲਾ ਹੈ ਤਾਂ ਕਾਲਾ ਹੀ ਹੈ ਨਾ, ਸਾਰਾ ਕੁਛ ਕਾਲਾ ਹੀ ਤਾਂ ਹੈਗਾ। ਉਹਦਾ ਮੇਨ ਉਹ ਜਿਹੜਾ ਬਲੈਕ ਹੋਲ ਆ, ਬਲੈਕ ਹੋਲ ਇਟਸੈਲਫ ਇਜ਼ ਪਰਮਾਤਮਾ ਹੀ ਆ। ਪਰਮਾਤਮਾ ਤਾਂ ਸਾਰਾ ਹਰ ਜਗ੍ਹਾ ਤੇ ਪਰਮਾਤਮਾ ਹੈਗਾ। ਜੋ ਦਿਸ ਰਿਹਾ ਉਹਦੇ ਵਿੱਚ ਵੀ ਹੈਗਾ, ਜੋ ਨਹੀਂ ਦਿਸ ਰਿਹਾ ਉਹਦੇ ਵਿੱਚ ਵੀ ਹੈਗਾ। ਬਿਲਕੁਲ ਹਾਂਜੀ ਪਰ ਜਿਹਦਾ ਕਹਿੰਦੇ ਵੀ ਜਦੋਂ ਸਾਰੀ ਚੀਜ਼ ਨੂੰ ਖਿੱਚ ਲੈਂਦੇ ਪਰਮਾਤਮਾ, ਹਰ ਧਰਤੀ ਨੂੰ, ਸਾਰੇ ਨੂੰ, ਚੰਦ ਤਾਰੇ ਸਾਰਾ ਕੁਝ ਖਿੱਚ ਲੈਂਦੇ। ਉਹ ਸਾਇੰਸ ਕਹਿੰਦੀ ਬਲੈਕ ਹੋਲ ਦੇ ਵਿੱਚ ਚੱਲੇ, ਜੋ ਬਲੈਕ ਹੋਲ ਚ ਚਲੇ ਜਾਂਦਾ ਵਾਪਸ ਨਹੀਂ ਆਉਂਦਾ। They said we can't find it. So black hole itself is ਉਹ ਪਰਮਾਤਮਾ ਹੀ ਹੈਗਾ। ਉਹ ਸਾਰੇ ਪਾਸੇ ਉਹ ਮਾਲਕ ਪਰਮਾਤਮਾ ਹੀ ਹੈਗਾ, ਉਹੀ ਹੈ। ਪਰ ਉਹ ਬਲੈਕ ਹੋਲ ਇਟਸੈਲਫ ਇਜ਼ ਪਰਮਾਤਮਾ। ਬਿਲਕੁਲ ਹਾਂਜੀ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਅੱਛਾ, ਗੁਰਮੁਖ ਹੋਵੈ ਸੋ ਕਾਇਆ ਖੋਜੇ, ਹੋਰ ਸਭ ਭਰਮ ਭੁਲਾਈ, ਜਿਸਨੂੰ ਦੇ ਸੋਈ ਜਨ ਪਾਵੈ, ਕੋਰ ਕਿਆ ਕੋ ਕਰੇ ਚਤੁਰਾਈ। ਕਾਇਆ ਅੰਦਰ ਭਾਵ ਵਸੈ, ਗੁਰ ਪ੍ਰਸਾਦੀ ਪਾਈ। ਕਾਇਆ ਦੇ ਅੰਦਰ ਹੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਗੁਰ ਦੇ ਪ੍ਰਸਾਦ ਦੇ ਦੁਆਰਾ ਜਿਹੜਾ ਹੈਗਾ ਉਹਦਾ ਭੈ ਤੇ ਭਾਵ ਪਿਆਰ। ਕਾਇਆ ਅੰਦਰ ਭਾਵ ਵਸੈ, ਕਾਇਆ ਦੇ ਅੰਦਰ ਹੀ ਪਿਆਰ ਔਰ ਡਰ ਮਾਲਕ ਪਰਮਾਤਮਾ ਦਾ। ਇਸ ਤਰ੍ਹਾਂ ਇਨਸਾਨ ਜਿਹੜਾ ਹੈਗਾ ਆਪਣੀ ਯਾਤਰਾ ਆਪਾਂ ਸ਼ੁਰੂ ਕਰ ਸਕਦੇ। ਕਾਇਆ ਅੰਦਰ ਭਾਵ ਵਸੈ, ਗੁਰ ਪ੍ਰਸਾਦੀ ਪਾਈ। ਗੁਰੂ ਦੇ ਪ੍ਰਸਾਦ ਦੇ ਦੁਆਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜੀ ਆਪਣੀ ਆਤਮਾ ਹੈ, ਉੱਥੇ ਤੱਕ ਆਪਣੀ ਪਹੁੰਚ ਹੋ ਸਕਦੀ ਹੈ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਹੁਣ ਦੇਖ ਲਓ ਇੱਥੇ ਕਾਇਆ ਦੇ ਵਿੱਚ ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਤੇਰੇ ਸਾਰੇ ਤਿੰਨੋਂ ਕਾਇਆ ਦੇ ਅੰਦਰ ਹੀ ਹੈਗੇ ਭਾਈ। ਕਾਇਆ ਦੇ ਅੰਦਰ ਹੀ ਤੇਰੇ ਪੈਦਾ ਹੋ ਰਹੀ ਹੈ, ਜਿਹੜੇ ਸੈੱਲ ਬਣ ਰਹੇ ਆ, ਸੈੱਲ ਜਿਹੜੇ ਹੈਗੇ ਆਪਣੀ ਮੇਨਟੇਨੈਂਸ ਜਿਹੜੀ ਹੈਗੀ ਉਹ ਵੀ ਚੱਲ ਰਹੀ ਹੈ, ਔਰ ਜਿਹੜੇ ਹੈਗੇ ਨਸ਼ਟ ਵੀ ਹੋਈ ਜਾ ਰਹੇ। ਸਾਰਾ ਦਾ ਸਾਰਾ ਕਾਰਵਾਈ ਤੇਰੀ ਜਿਹੜੀ ਹੈਗੀ ਇਹ ਉਤਪੱਤੀ ਤੇ ਪਰਲੋ ਤੇਰੀ ਕਾਇਆ ਦੇ ਅੰਦਰ ਹੀ ਚੱਲੀ ਜਾ ਰਹੀ ਹੈ। ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਸਾਰਾ ਸੰਸਾਰ ਇਸੇ ਤਰੀਕੇ ਦੇ ਨਾਲ ਇਹ ਮਾਇਆ ਦੀ ਪ੍ਰੋਸੈਸ ਹੈ। ਕੋਈ ਵੀ ਦਰਖਤ ਜਿਹੜਾ ਹੈਗਾ ਬੀਜ ਪਾਉਂਦੇ ਆ, ਕਿਸ ਤਰ੍ਹਾਂ ਜਿਹੜਾ ਹੈਗਾ ਉਹਦੇ ਅੰਦਰ ਸੈੱਲ ਉਹ ਵਧੀ ਜਾਂਦਾ, ਸਾਰਾ ਦਾ ਸਾਰਾ। ਕਾਇਆ ਅੰਦਰ ਆਪਾਂ ਵੀ ਦੇਖ ਲਓ, ਆਪਣੇ ਅੰਦਰ ਬੱਚਾ ਛੋਟਾ ਜਿਹਾ ਹੈ, ਦੇਖੋ ਕਿੱਥੋਂ ਤੋਂ ਕਿੱਥੇ ਆਪਾਂ ਪੂਰੇ ਵੱਡੇ ਹੋ ਜਾਂਦੇ ਹਾਂ। ਸਾਰੇ ਦੇ ਸਾਰੇ ਪ੍ਰੋਸੈਸ ਕਾਇਆ ਦੇ ਅੰਦਰ, ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੇ ਦੇ ਸਾਰੇ ਕਾਇਆ ਦੇ ਅੰਦਰ ਹੀ ਹੋਈ ਜਾ ਰਹੇ, ਸਾਰੇ ਦੇ ਸਾਰੇ। ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਇਹ ਸ਼ਕਤੀਆਂ ਇੱਕ ਭਾਈ ਕੋ ਬੰਦੇ ਥੋੜੀ ਨਾ ਹੈਗੇ ਆ। ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ। ਉਹ ਮਾਲਕ ਪਰਮਾਤਮਾ ਨੇ ਆਇਆ ਉਹਦੀ ਖੇਲ ਪਾਏ, ਇਹ ਪਸਾਰਾ ਆਉਣਾ ਜਾਣਾ, ਬਸ ਇਹ ਇਸ ਤਰ੍ਹਾਂ ਜਿਹੜੇ ਜੀਵ ਜਿਹੜਾ ਹੈਗਾ ਘੁੰਮਦਾ ਰਹਿੰਦਾ ਹੈ। ਜੇ ਨਹੀਂ ਬੁੱਝਦਾ ਇਸ ਗੇਮ ਨੂੰ, ਨਹੀਂ ਜਿਹੜਾ ਗੁਰੂ ਦੇ ਆਖੇ ਲੱਗਦਾ, ਨਹੀਂ ਨਾਮ ਵਾਲੀ ਜਿਹੜੇ ਹੈ ਉਹ ਨਾਮ ਵਾਲੀ ਟੋਣੀ ਪੜਦਾ। ਸੱਚੇ ਆਪਣਾ ਖੇਲ ਰਚਾਇਆ, ਆਵਾ ਗੌਣ ਪਸਾਰਾ। ਪੂਰੇ ਸਤਿਗੁਰੇ ਆਪ ਦਿਖਾਇਆ, ਸੱਚ ਨਾਮੇ ਨਿਸਤਾਰਾ। ਪੂਰੇ ਗੁਰੂ ਨੇ ਦੱਸ ਦਿੱਤਾ ਭਾਈ, ਆਪਣਾ ਆਪ ਅੰਦਰ ਦਰਸ਼ਨ ਕਰਾ ਦਿੱਤੇ ਵੀ ਤੂੰ ਕੌਣ ਹੈਗਾ ਆ।
ਸੱਚ ਨਾਮ ਹੈ ਨਿਸਤਾਰਾ। ਔਰ ਸੱਚੇ ਨਾਮ ਦੇ ਨਾਲ ਜਿਹੜਾ ਹੈਗਾ ਇਸ ਸੰਸਾਰ ਸਮੁੰਦਰ ਤੋਂ ਆਪਾਂ ਇਸ ਯਾਤਰਾ ਤੋਂ ਜਿਹੜੇ ਹੈਗੇ ਪਾਰ ਚਲੇ ਜਾਂਦੇ, ਨਿਸਤਾਰਾ ਹੋ ਜਾਂਦਾ ਹੈ। ਇਹ ਜਿਹੜਾ ਜੋ ਕੰਮ ਆਏ ਆ, ਜਿਸ ਕੰਮ ਵਾਸਤੇ ਮਾਲਕ ਨੇ ਦੁਨੀਆ ਬਣਾਈ ਹੈ, ਉਹ ਆਪਣਾ ਪੂਰਾ ਹੋ ਜਾਂਦਾ ਹੈ। ਸਾ ਕਾਇਆ ਜੋ ਸਤਿਗੁਰ ਸੇਵਾ, ਸੱਚੇ ਆਪ ਸਵਾਰੀ। ਬਸ ਜਿਹਨੇ ਸ਼ੁਰੂ ਕਰਤਾ ਗੁਰੂ ਦੇ ਅਨੁਸਾਰ ਯਾਤਰਾ, ਉਹ ਜੀਵ, ਉਹ ਕਾਇਆ ਮਾਲਕ ਨੇ ਆਪ ਸਵਾਰ ਦਿੱਤੀ ਪਾਏ। ਬਸ ਜਿਹੜੇ ਵੀ ਸ਼ੁਰੂ ਕਰਤੀ ਹੈ ਯਾਤਰਾ, ਸਾ ਕਾਇਆ ਜੋ ਸਤਿਗੁਰ ਸੇਵਾ, ਉਹੀ ਸਿਰਫ ਜੋ ਸੱਚੇ ਆਪ ਸਵਾਰੀ। ਬਗੈਰ ਇਹਦੇ ਵਿਣ ਨਾਮੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਹੀਂ ਸਵਾਰ ਰਹੇ ਆਪਾਂ, ਨਹੀਂ ਇਸ ਯਾਤਰਾ 'ਤੇ ਨਹੀਂ ਨਾਮ ਵਾਲੀ ਚੀਜ਼ ਲੈ ਆਪਣੇ ਕੋਲ, ਅਤੇ ਮਾਲਕ ਦੇ ਦਰ 'ਤੇ ਢੋਈ ਨਹੀਂ ਹੈਗੀ ਭਾਈ। ਫਿਰ ਜਮ ਦੇ ਨਾਲ, ਧਰਮਰਾਜ ਦੇ ਨਾਲ, ਦੁਨੀਆ ਦੇ ਨਾਲ, ਸੰਸਾਰ ਦੇ ਨਾਲ ਆਪਣੀ ਗਤੀ ਚੱਲਦੀ ਰਹੇਗੀ। ਇਹ ਜੂਨਾਂ ਦੇ ਵਿੱਚ 84 ਲੱਖ ਜੂਨਾਂ ਹੈ, ਕੀ ਪਤਾ ਉਹਦਾ ਕੀ ਸਿਸਟਮ ਹੈ, ਆਪਣੇ ਕਿੰਨੇ ਕਰਮ ਹੈ, ਕਿਹੋ ਜਿਹੇ ਹੈਗੇ। ਇੰਡੀਵਿਜੂਅਲ ਹਰੇਕ ਦੇ ਉੱਤੇ ਡਿਪੈਂਡ ਕਰਦਾ, ਹਰੇਕ ਦੀ ਆਪਣੀ ਆਪਣੀ ਯਾਤਰਾ ਹੈਗੀ। ਸਾ ਕਾਇਆ ਜੋ ਸਤਿਗੁਰ ਸੇਵਾ, ਸੱਚੇ ਆਪ ਸਵਾਰੀ। ਵਿਣ ਨਾਮੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਮ ਨਹੀਂ ਹੈ ਤਾਂ ਜਮ ਨੇ ਖੁਆਰੀ ਕਰਨੀ ਹੈ। ਮਾਲਕ ਦਾ ਰੂਲ ਹੈਗਾ ਪਿਆਰਿਆ, ਤੇਰੇ ਵਾਸਤੇ ਰੂਲ ਥੋੜ੍ਹੀ ਨਾ ਬਦਲ ਜਾਏਗਾ। ਜੇ ਤੂੰ ਹੁਣ ਜਿਹੜਾ ਹੈਗਾ ਕਬੂਤਰ ਵਾਂਗੂ ਜਿਹੜਾ ਹੈਗਾ, ਘੂਕੀ ਵਾਂਗੂ ਜਿਹੜਾ ਹੈਗਾ ਬੈਠਾ ਆ ਬਈ, ਬਿੱਲੀ ਨੂੰ ਵੀ ਮੈਂ ਅੱਖਾਂ ਬੰਦ ਕਰ ਲਈਆਂ ਬਿੱਲੀ ਨੂੰ ਦੇਖ ਕੇ, ਹੁਣ ਤੂੰ ਮੈਨੂੰ ਕਿਵੇਂ ਖਾਏਂਗੀ? ਤੇਰੀ ਮਰਜ਼ੀ ਹੈ ਪਿਆਰਿਆ, ਤੇਰੀ ਮਰਜ਼ੀ ਹੈਗੀ। ਵਿਣ ਨਾਮ ਹੈ ਦਰ ਢੋਈ ਨਾਹੀ। ਪਰ ਦੇਖ ਲਾ ਪਿਆਰਿਆ, ਨਾਮ ਤੋਂ ਬਗੈਰ ਤਾਂ ਢੋਈ ਮਿਲਣੀ ਨਹੀਂ ਹੈ। ਮਾਲਕ ਦੇ ਦਰ 'ਤੇ ਤਾਂ ਤੈਨੂੰ ਹੈ ਨਹੀਂ ਕੋਈ ਐਂਟਰੈਂਸ। ਵਿਣ ਨਾਮ ਹੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਅਤੇ ਜਮ ਨੇ ਖੁਆਰੀ ਕਰਨੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਤਾਰੀ। ਸੱਚੀ ਸੱਚ ਵਡਿਆਈ ਦੇਖ ਲਓ ਪਾਏ, ਵੱਡਾ ਹੋ ਗਿਆ। ਨਾਨਕ ਸੱਚ ਵਡਿਆਈ ਪਾਏ, ਸੱਚ ਬਖਸ਼ਿਸ਼ ਹੋ ਗਈ, ਜਿਸ ਨੂੰ ਹਰ ਕਿਰਪਾ ਤਾਰੀ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਜਿਹਦੇ 'ਤੇ। ਮਾਲਕ ਕਿਰਪਾ ਕਰ ਦਿੰਦਾ ਭਾਈ। ਨਾਮ ਨੂੰ ਫੜ ਲਾ, ਨਾਮ ਦੇ ਨਾਲ ਆ ਜਾ ਪਿਆਰਿਆ, ਦਰ 'ਤੇ ਪਹੁੰਚ ਜਾਏਗਾ। ਨਹੀਂ ਤਾਂ ਜਿਹੜਾ ਹੈਗਾ ਘੁੰਮੀ ਜਾਏਗਾ। ਕੋਈ ਪ੍ਰੋਬਲਮ ਥੋੜ੍ਹੀ ਨਾ ਹੈਗੀ ਹੈ। ਦੋ ਹੀ ਆਪਸ਼ਨ ਆ, ਤੇਰੀ ਆਪਣੀ ਚੋਇਸ ਹੈਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਸਾਰੇ ਸੰਗਤ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਹਾਂਜੀ ਜੋ ਅੱਜ ਜੋ ਬ੍ਰਹਮੰਡੇ ਸੋਈ ਪਿੰਡੇ, ਮਤਲਬ ਜਿਹੜਾ ਅੰਦਰ ਇੱਕ ਹੋਰ ਹੀ, ਮਤਲਬ ਆਪਣੀ ਕਾਇਆ ਦੇ ਅੰਦਰ ਹੀ ਪਰਮਾਤਮਾ ਆ, ਅੰਦਰ ਹੀ ਪਿੰਡ ਮਤਲਬ ਵਸਿਆ ਆ। ਜੋ ਕੁਝ ਬਾਹਰ ਨੌ ਖੰਡ ਪ੍ਰਿਥਵੀ ਦਿਸਦੀ ਆ, ਜੋ ਵੀ ਆਪਾਂ ਨੂੰ ਦਿਸ ਰਿਹਾ, ਉਹ ਸਭ ਤੇਰੀ ਕਾਇਆ ਦੇ ਅੰਦਰ ਵੀ ਹੈਗਾ। ਇਹ ਜਿਹੜਾ ਇਹ ਪਤਾ ਕੀ ਹੈਗਾ ਭਾਈ, ਬਾਣੀ ਇਹ ਜਿਹੜੀ ਹੈਗੀ, ਮਹਾਰਾਜ ਕਹਿੰਦੇ ਆ ਤੇਰੇ ਕੋਲ ਆਪਸ਼ਨ ਹੈਗਾ। ਤੂੰ ਬ੍ਰਹਮੰਡ ਦੇ ਵਿੱਚ ਜੋ ਕੁਛ ਮੈਟਰ ਹੈਗਾ ਉਹਦੇ ਵੱਲ ਨੂੰ ਜਾਣਾ ਹੈ, ਉਹ ਵੀ ਤੇਰੇ ਅੰਦਰ ਸਿਸਟਮ ਲੱਗਿਆ ਹੋਇਆ। ਤੇਰੇ ਅੰਦਰ ਉਹ ਮਾਲਕ ਪਰਮਾਤਮਾ, ਉਹਨੂੰ ਮਿਲਣਾ ਹੈ, ਉਹ ਵੀ ਅੰਦਰ ਤੇਰੇ ਅੰਦਰ ਹੀ ਹੈਗਾ ਭਾਈ। ਉਹ ਵੀ ਤੇਰੇ ਅੰਦਰੋਂ ਹੀ ਤੇਰੇ ਦੋਨੋਂ ਪਾਸੇ ਤੂੰ ਜਾ ਸਕਦਾ ਹੈ। ਬਸ ਕਹਿਣ ਦਾ ਮਤਲਬ ਕਿ ਬਾਹਰ ਖੋਜ ਦੇ ਵਿੱਚ ਜਿਹੜਾ ਤੂੰ ਸਮਾਂ ਨਸ਼ਟ ਕਰਦਾ, ਜੇ ਤੂੰ ਅੰਦਰ ਲੱਭੇ ਤਾਂ ਉਹ ਅੰਦਰ ਵੀ ਹੈਗੀਆਂ ਚੀਜ਼ਾਂ। ਹਾਂ, ਅੰਦਰ ਤੇਰੇ ਅੰਦਰ ਮਿਲਣਾ ਹੈ, ਮਾਲਕ ਪਰਮਾਤਮਾ ਨੇ ਮਿਲਣਾ। ਅੰਦਰ ਮੈਟਰ ਦਾ ਅੰਦਰੋਂ ਵਿਚਾਰ ਪੈਦਾ ਹੁੰਦੇ ਤੇ ਆਪਾਂ ਬਾਹਰ ਮੈਟਰ ਦੇ ਨਾਲ ਜੁੜ ਜਾਂਦੇ ਹਾਂ।
ਹੱਟੀਆਂ ਜਿਹੜੀਆਂ ਹੈਗੀਆਂ ਅੰਦਰ ਸਿਸਟਮ ਲੱਗੇ ਹੋਏ ਨਾ ਆਪਣੇ, ਦੇਖੋ ਕਿੰਨੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਆਪਣੀਆਂ ਹੈਗੀਆਂ ਸਾਰੀਆਂ ਲੱਗੀਆਂ ਹੋਈਆਂ ਬਾਹਰ ਦੇ। ਇਹ ਜਿਹੜਾ ਹੈਗਾ ਨੌਖੰਡ ਪ੍ਰਿਥਵੀ ਵਾਸਤੇ ਜੋ ਪਦਾਰਥ ਇਹਨਾਂ ਦੇ ਵਾਸਤੇ ਲੱਗੇ ਸਾਰੇ ਦੇ ਸਾਰੇ। ਚੀਜ਼ ਕਲੀਅਰ ਹੋਈ ਕਿ ਜੇ ਬਾਹਰਲੀ ਚੀਜ਼ਾਂ ਦੀ ਤੈਨੂੰ ਨੌਲੇਜ ਹੁੰਦੀ ਹੈ ਤਾਂ ਤੇਰੇ ਅੰਦਰ ਕੋਈ ਚੀਜ਼ਾਂ ਹੈ ਗਿਆਨ, ਤੇ ਤਾਂ ਹੀ ਪਤਾ ਲੱਗਦਾ ਕਿ ਇਹ ਚੀਜ਼ਾਂ ਆ ਚੀਜ਼ਾਂ ਆ। ਮਤਲਬ ਅਸੀਂ ਉਹਨਾਂ ਨੂੰ ਫਿਰ ਟੇਸਟ ਕਰਦੇ ਹਾਂ ਕਿ ਹੁਣ ਤੁਸੀਂ ਦੇਖੋ, ਹੁਣ ਦੇਖੋ ਇੰਨਾ ਵੱਡਾ ਪਹਾੜ ਹੈਗਾ, ਤੁਸੀਂ ਆਪਣੇ ਅੰਦਰ ਪਹਾੜ ਲੈ ਆਓਗੇ? ਨੌਖੰਡ ਪ੍ਰਿਥਵੀ ਅੰਦਰ ਬਾੜ ਲਓਗੇ ਆਪਣੇ, ਜੇ ਤੁਸੀਂ ਆਖਰੀ ਅਰਥਾਂ ਦੇ ਉੱਤੇ ਚਲੇ ਗਏ ਤੇ? ਬਾਹਰਲੀਆਂ ਚੀਜ਼ਾਂ ਨਹੀਂ ਮਿਲਣੀਆਂ ਵੀਰ ਜੀ, ਬਾਹਰਲੀਆਂ ਚੀਜ਼ਾਂ ਨਹੀਂ ਮਿਲਣੀਆਂ। ਨਹੀਂ ਫਿਰ ਭਾਜੀ ਮਿਲੂਗਾ ਜਿਹੜੀਆਂ ਹੱਟੀਆਂ, ਮਤਲਬ ਪਹਿਲਾਂ ਵੀ ਆਪਾਂ ਜ਼ਿਕਰ ਤੁਸੀਂ ਆਪਾਂ ਸੁਣਿਆ ਨਾ ਕਿ ਅੰਦਰ ਹੀ ਆ, ਮਤਲਬ ਤੇਰੇ ਉਹ 62-63 ਹੱਟੀਆਂ ਜਿਹੜੀਆਂ ਜਿਹੜੇ ਹੱਟ ਆ ਉਹ ਤਾਂ ਤੁਸੀਂ ਦੇਖੋ ਵੀਰ ਜੀ, ਮੇਰੀ ਗੱਲ ਸੁਣੋ ਪਲੀਜ਼। ਜਿਹੜਾ ਉਹਦੇ ਵਾਸਤੇ ਤਾਂ ਮੈਂ ਦੱਸ ਰਿਹਾ ਤੁਹਾਨੂੰ ਬਈ, ਉਹੀ ਤਾਂ ਮਹਾਰਾਜ ਕਹਿ ਰਹੇ ਪਾਏ ਕਿ ਦੁਨੀਆ ਦੇ ਵਿੱਚ ਜਿਹੜਾ ਹੈਗਾ, ਦੁਨੀਆ ਦੇ ਜਿਹੜੇ ਹੈਗੇ ਨੌਖੰਡ ਪ੍ਰਿਥਵੀ ਦੇ ਜੋ ਵੀ ਪਦਾਰਥ ਹੈ ਇਹਨਾਂ ਨੂੰ ਭੋਗਣ ਦੇ ਵਾਸਤੇ ਤੇਰੇ ਅੰਦਰ ਜਿਹੜਾ ਹੈਗਾ ਸਿਸਟਮ ਲੱਗਿਆ ਹੋਇਆ। ਇਹ ਹੱਟੀਆਂ ਕਿਹੜੀਆਂ ਹੈ? ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਰੀਰ ਦੇ ਵਿੱਚ ਜੋ ਮਾਲਕ ਨੇ ਪਾਈਆਂ, ਸਵਾਦ ਭੋਗਣ ਦੀ ਆਪਣੀ ਜੀਭ ਪਾਈ ਹੋਈ ਆ, ਇਹ ਸਾਰੀਆਂ ਤੇ ਬਾਹਰਲੀ ਚੀਜ਼ ਨੂੰ ਇਹੀ ਤਾਂ ਹੱਟੀਆਂ, ਹੋਰ ਕਿਹੜੀਆਂ ਹੱਟੀਆਂ ਲੱਗੀਆਂ ਹੋਈਆਂ ਇੱਥੇ? ਚਾਰੇ ਪਦਾਰਥ ਅੰਦਰ ਹੀ ਮਿਲਣਗੇ। ਹਾਂ, ਔਰ ਇਹਨਾਂ ਦਾ ਕੰਟਰੋਲਰ ਜਿਹੜਾ ਹੈਗਾ ਆਤਮਾ ਜਿਹੜੀ ਆਪਣੀ ਹੈਗੀ, ਉਹ ਉੱਥੇ ਤੱਕ ਪਹੁੰਚ ਕਰਨੀ ਹੈ ਪਰਮਾਤਮਾ ਤੱਕ, ਤੇ ਉਹ ਵੀ ਹੈਗੀ ਭਾਈ। ਉਹ ਜਿਹੜੀ ਖੰਡ ਬ੍ਰਹਮੰਡ ਕਹਿੰਦੀ ਬਾਣੀ ਕਹਿੰਦੀ ਨਾ ਵੀ ਤੇਰੇ ਅੰਦਰ ਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਹੈਗਾ, ਗਲੈਕਸੀਆਂ ਚਲਾ ਰਿਹਾ ਜਿਹੜਾ, ਇਹ ਪਹਾੜ ਸਾਰਾ ਦੁਨੀਆ ਦੇ ਸਾਰੇ ਜਿਹੜੇ ਹੈਗੇ ਪਲੈਨਟ ਵਗੈਰਾ ਬਣਾਉਣ ਵਾਲਾ, ਉਹ ਤੇਰੇ ਅੰਦਰ ਹੀ ਬੈਠਾ ਹੈ, ਉਹਨੇ ਅੰਦਰ ਮਿਲਣਾ ਹੈ ਤੈਨੂੰ। ਆਹ ਕਹਿਣ ਦਾ ਭਾਵ ਹੈਗਾ। ਜੇ ਤੂੰ ਉਹਦੇ ਨਾਲ, ਜੇ ਤੂੰ ਆਕਾਰ ਤੋਂ ਇਹ ਸਰੀਰ ਤੋਂ ਉੱਪਰ ਉੱਠਣਾ ਹੈ, ਜੇ ਤੂੰ ਸੁੰਨ ਦੇ ਵਿੱਚ ਜਾਏਗਾ ਤੇ ਉਹ ਪਰਮਾਤਮਾ ਮਿਲ ਜਾਏਗਾ ਤੈਨੂੰ, ਜਿਹੜਾ ਕਿ ਸਾਰੀ ਦੁਨੀਆ ਦਾ ਕੰਟਰੋਲਰ ਹੈ। ਤੂੰ ਵੀ ਉਹਦਾ ਪਾਰਟ ਹੋ ਜਾਏਗਾ। ਠੀਕ ਹੈ ਜੀ? ਹਾਂਜੀ, ਨਹੀਂ ਠੀਕ ਹੈ ਭਾਜੀ। ਚਲੋ ਹੈ ਤਾਂ ਉਹ ਅਫਾਰਾ ਮਤਲਬ ਕਿਹਾ ਕਿ ਮਤਲਬ ਬਹੁਤ ਮੱਲੀ ਚੀਜ਼ ਪਈ ਹੈ ਤੇਰੇ ਅੰਦਰ, ਜਿਹੜੀ ਤੂੰ ਖੋਜੇ ਤਾਂ ਤੈਨੂੰ ਅੰਦਰ ਹੀ ਜਾਣਾ ਪੈਣਾ। ਮੀਟਿੰਗ ਪੁਆਇੰਟ ਜਿੱਦਾਂ ਆਪਾਂ ਅੱਗੇ ਗੱਲ ਕਰਦੇ ਹਾਂ, ਜੋ ਵੀ ਚੀਜ਼ ਮੀਟਿੰਗ ਪੁਆਇੰਟ ਇਨਸਾਈਡ ਹੈ ਤੇਰੇ ਲਈ। ਹਾਂ, ਆਪਾਂ ਜਿਹੜੇ ਨਾ ਆਪਾਂ ਜਿਹੜੇ ਹੈਗੇ ਗਿਆਨ ਜਿਹੜਾ ਹੈਗਾ, ਸਾਰਾ ਗਿਆਨ ਇੱਧਰੋਂ ਲੈ ਲਿਆ ਉੱਧਰੋਂ ਲੈ ਲਿਆ, ਉਹਨੂੰ ਲੈ ਕੇ ਉਸ ਦੇ ਨਾਲ ਬਸ ਉੱਥੇ ਹੀ ਰੱਖ ਦਿੰਦੇ ਆ। ਆਹ ਗੁਰਬਾਣੀ ਹੈਗੀ, ਇਹ ਗੁਰਬਾਣੀ ਦੇ ਨਾਲ ਆਪਾਂ ਉਸ ਨੂੰ ਜਿਹੜਾ ਹੈਗਾ ਬੁੱਝਦੇ ਨਹੀਂ ਹੈ, ਇਹਨੂੰ ਟੈਲੀ ਨਹੀਂ ਕਰਦੇ ਆਪਾਂ। ਇਹਦੇ ਨਾਲ ਟੈਲੀ ਕਰਾਂਗੇ ਤੇ ਆਪਾਂ ਨੂੰ ਆਨਸਰ ਆ ਜਾਏਗਾ ਭਾਈ। ਭਾਜੀ ਨਾਲੇ ਜ਼ਿਆਦਾ ਵੀ ਪੜ ਗੱਡੀ ਲੱਦਣ ਨਾਲ ਕੋਈ ਫਰਕ ਨਹੀਂ, ਜਿਹੜੀ ਚੀਜ਼ ਕਹੀ ਗਈ ਆ ਉਹੀ ਕਰੀਏ। ਮੈਂ ਤਾਂ ਬਸ ਫਿਰ ਉਹਦੇ ਬਗੈਰ ਗਿਆਨ ਆਉਣਾ ਹੀ ਨਹੀਂ ਆ, ਉਹਦੇ ਬਗੈਰ ਗਿਆਨ ਆਉਣਾ ਹੀ ਨਹੀਂ ਆ। ਉਹਦੇ ਬਗੈਰ ਜਿਹੜਾ ਹੈਗਾ, ਇਹ ਤਾਂ ਸਿਰਫ ਜਿਹੜਾ ਹੈਗਾ ਤੁਸੀਂ ਥਿਓਰੀ ਜਿਹੜੀ ਹੈਗੀ ਆ ਉਹਨੂੰ ਕੋਈ ਡਿਫਰੈਂਟ ਐਂਗਲਸ ਦੇ ਨਾਲ ਦੇਖ ਰਹੇ ਹੋ, ਔਰ ਐਕਚੁਅਲ ਗਿਆਨ ਜਿਹੜਾ ਹੈਗਾ ਉਹ ਆਉਣਾ ਹੀ ਜਿਹੜਾ ਹੈਗਾ ਧਿਆਨ ਦੇ ਨਾਲ ਆ, ਉਸ ਤੋਂ ਬਗੈਰ ਆਉਣਾ ਹੀ ਨਹੀਂ ਹੈ। ਹਾਂ, ਅਧਿਆਤਮਿਕ ਗਿਆਨ, ਆਖਰੀ ਗਿਆਨ ਨੇ ਅਧਿਆਤਮਿਕ ਗਿਆਨ ਜਿਹੜਾ ਤੇਰੇ ਅੰਦਰ ਪੈਦਾ ਕਰਨਾ, ਉਹ ਮੇਨ ਚੀਜ਼ ਹੈ। ਹਾਂ, ਰਾਜ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਪਲੀਜ਼? ਹਾਂਜੀ ਵੀਰ ਜੀ, ਜਿਸ ਤਰ੍ਹਾਂ ਗੁਰਬਾਣੀ ਦੇ ਅਨੁਸਾਰ ਅੰਤਰੂ ਰਾਧਨਾ ਜੀਵਾ ਜਪਰਨਾ ਨਿਤੀ ਸਤਿ ਦੇਖਣਾ ਸਰਵਿਸ ਕਰਨਾ, ਵੀਰ ਜੀ ਇਹ ਸਾਰਾ ਉਸ ਅੰਦਰ ਹੀ ਆ। ਬਿਲਕੁਲ ਅੰਦਰ ਹੀ ਹੈ। ਇਹ ਬਾਹਰ ਲਈ ਜਦ ਆਪਾਂ ਗਿਆਨ ਲੈ ਚੁੱਕੇ ਹਾਂ, ਇਹਦੀ ਹੁਣ ਤਾਂ ਕੋਈ ਲੋੜ ਨਹੀਂ। ਹਾਂ, ਇਹ ਜ਼ਰੂਰ ਗਿਆਨ ਹੈ, ਥੰਮੀ ਹੈ ਇਹ ਗਿਆਨ ਕਰਕੇ ਆਪਾਂ ਅੰਦਰ ਵੜੇ ਹੋਏ ਆ। ਪਰ ਇਹ ਜਿਹੜੀ ਆਪਣਾ ਗੁਰਬਾਣੀ ਕਹਿੰਦੀ ਆ ਅੱਖਾਂ ਬੰਦ ਕਰੋ, ਇਹ ਸਾਰੇ ਦਰਵਾਜ਼ੇ ਬੰਦ ਕਰ ਲਓ ਬਸ। ਤੇ ਇਹ ਜਿਹੜੀਆਂ ਅੱਖਾਂ ਅੰਦਰੋਂ ਬਾਹਰੋਂ ਦਿਸਦੀਆਂ, ਅੰਦਰੋਂ ਵੀ ਦਿਸਦੀਆਂ ਨੇ। ਹਾਂਜੀ, ਜਿਹੜੇ ਕੰਨ ਹੈ ਬਾਹਰੋਂ ਸੁਣਦੇ ਆ, ਅੰਦਰੋਂ ਵੀ ਸੁਣਦੇ ਆ। ਤੇ ਜੀਵਨ ਨੂੰ ਤੁਸੀਂ ਜੀਵਨ ਦਾ ਨਾਮ ਜਪਣਾ ਹੈ ਕਿ ਮੂੰਹ ਬੰਦ ਕਰ ਲੈਣਾ, ਜੀਵ ਉਨੀ ਕੁ ਆਪਣੇ ਆਪ ਹਰਕਤ ਵਿੱਚ ਆ ਜਾਣੀ ਹੈ ਜਿੰਨਾ ਤੁਸੀਂ ਸਵਾਸ ਰਾਹੀਂ ਸਿਮਰਨ ਕਰਨਾ ਹੈ ਜੀ। ਤੇ ਫਿਰ ਇਹ ਜਿਹੜੀ ਉਸ ਤੋਂ ਬਾਅਦ ਆਪਾਂ ਜੇ ਸਵਾਸ ਦੇ ਨਾਲ ਨਾਮ ਜਪਣਾ, ਫਿਰ ਆਪਾਂ ਨੂੰ ਜਿਹੜੀਆਂ ਅੰਦਰ ਆਵਾਜ਼ਾਂ ਵੀ ਆਉਂਦੀਆਂ ਨੇ, ਕਿਤੇ ਚਿੜੀਆਂ ਦੀ ਆਵਾਜ਼ਾਂ, ਕਦੇ ਆਪਣਾ ਆਵਾਜ਼ਾਂ ਆਉਂਦੀਆਂ ਨੇ, ਬ੍ਰਹਮੰਡ ਦੀਆਂ ਆਉਂਦੀਆਂ ਨੇ, ਇਹ ਸਾਰੀਆਂ ਸਾਨੂੰ ਇੱਕ ਤਰ੍ਹਾਂ ਦੀ ਇਹ ਵੀ ਚਲੀ ਜਾਣੀਆਂ ਨੇ। ਬਿਲਕੁਲ ਚਲੇ ਜਾਣੀਆਂ, ਇਹ ਵੀ ਚਲੇ ਜਾਣੀਆਂ। ਬਿਲਕੁਲ ਸਹੀ ਗੱਲ ਹੈ। ਹਾਂਜੀ, ਇਹ ਵੀ ਚਲੀ ਜਾਣੀਆਂ। ਇੱਕ ਸਮਾਂ ਇਹ ਜਾਣਾ ਕਿ ਸਾਹ ਤੁਹਾਡਾ ਸਿਮਰਨ ਕੰਨਾਂ ਰਾਹੀਂ ਸੁਣਨ ਲੱਗ ਜਾਣ। ਜੇ ਤੁਸੀਂ ਕੰਨਾਂ ਰਾਹੀਂ ਸੁਣਨ ਲੱਗ ਗਏ ਸਿਮਰਨ ਜੀ,
ਤੇ ਫੇਰ ਕੀ ਹੋਣਾ ਵੀ ਵਿਚਾਰ ਤਾਂ ਬਿਲਕੁਲ ਬੰਦ ਹੋ ਜਾਣਾ ਜੀ। ਬਿਲਕੁਲ ਸਹੀ ਹੈ। ਕੋਈ ਵਿਚਾਰ ਹੀ ਨਹੀਂ ਰਹਿੰਦਾ। ਕਦੇ ਪੋਲੀਟੀਕਲ ਕਰਕੇ ਦੇਖਿਓ ਹਾਂ ਵੀ ਜਿਸ ਤਰ੍ਹਾਂ ਵੀ ਜੀ ਇਹ ਸਾਰਾ ਗੁਰਬਾਣੀ ਦੇ ਮੁਤਾਬਕ ਹੀ ਹੈ। ਅੰਤ ਗੁਰੂ ਰਾਧਨਾ ਜੀਵਾ ਜਪ ਕਰਨੋ ਨੇਤਰੀ ਸਤਿਗੁਰ ਪੇਖਣਾ ਸਰਬਣੀ ਗੁਣਾ ਸੁਣਾ ਕਰਨਾ। ਬਿਲਕੁਲ ਬਲ ਵਿੱਚ ਵਿਚਾਰ ਬੰਦ ਹੋ ਸਕਦੇ ਆ। ਬਿਲਕੁਲ ਸਹੀ ਹੈ। ਬਿਲकुल रोज प्रैक्टिकल करती हूँ। कहना बेटी पता मैं तो गलती हो गई कोई नहीं नहीं बिल्कुल ठीक है भैन जी, तुसी बिल्कुल ठीक कह रहे हो। सब कुछ ठीक है जी, सब बहुत सच है बढ़िया जी, बहुत हाँ इन बिन सच है सब जिन्हें, क्योंकि ਗੁਰਬਾਣੀ ਦੇ ਅੰਦਰ ਜਿਹੜਾ ਵੀ ਗਿਆਨ ਆ ਰਿਹਾ ਸਾਰੇ ਇਹੀ ਗੱਲ ਤਾਂ ਕਹਿ ਰਹੇ ਨੇ। ਔਰ ਕੋਈ ਨੂੰ ਜਦੋਂ ਅਨੁਭਵ ਕਰ ਲੈਂਦੇ ਫਿਰ ਵਿਸਮਾਦ ਹੋ ਜਾਂਦਾ। ਇਹੀ ਤਾਂ ਚੱਕਰ ਟੈਸਟ ਹੋ ਜਾਂਦਾ ਬਸ। ਕਈ ਦਿਨਾਂ ਦੀ ਮੈਂ ਸੋਚਦੀ ਸੀ ਮੈਂ ਕੁਛ ਏਦਾਂ ਵੀ ਬੋਲਾਂ, ਪਰ ਮੈਨੂੰ ਥੋੜੀ ਜਗਤ ਬਹੁਤ ਆਉਂਦੀ ਰਹਿੰਦੀ ਹੈ। ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਹਾਂਜੀ ਇਹ ਤਾਂ ਪ੍ਰੇਰਨਾ ਮਿਲਦੀ ਹੈ ਜੀ। ਜੇ ਤੁਸੀਂ ਇਦਾਂ ਦਾ ਆਪਣਾ ਦੱਸਦੇ ਹੋ ਤਾਂ ਪ੍ਰੇਰਨਾ ਸਰੋਤ ਬਣਦੇ ਆ ਸਾਰੇ। ਹਾਂਜੀ ਸਭ ਕੁਝ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਪਰ ਮੈਂ ਭੁਲਾਈ, ਭਰਮ ਭੁਲਾਈ ਸੋ ਭਰਮ ਭੁਲਾਈ। ਠੀਕ ਹੈ ਜੀ, ਬਿਲਕੁਲ ਠੀਕ। ਕਿਉਂਕਿ ਪਦਾਰਥ ਦੀ ਜਿਹੜੀ ਜੇ ਤੁਹਾਨੂੰ ਪ੍ਰਾਪਤੀ ਦਾ ਚੱਕਰ ਹੈ ਤਾਂ ਬਾਹਰ ਹੈ। ਇਹ ਤਾਂ ਕਿਸੇ ਨੂੰ ਮਿਲੇ ਨਹੀਂ ਅੱਜ ਤੱਕ, ਅੰਦਰੋਂ ਹੀ ਮਿਲਦਾ। ਜਿਹਨੂੰ ਵੀ ਮਿਲਿਆ, ਜਿਹਨੇ ਵੀ ਬੋਲਿਆ ਹੁਣ ਤੱਕ, ਉਹਨੇ ਅੰਦਰੋਂ ਹੀ ਕਿਹਾ ਮਿਲਿਆ। ਬਿਲਕੁਲ ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ। ਏਦਾਂ ਹੀ ਆ ਫਿਰ। ਤੇ ਜੋ ਕੁਛ ਮਿਲਣਾ ਅੰਦਰੋਂ ਹੀ ਸਾਨੂੰ ਪ੍ਰਾਪਤੀ ਹੋਣੀ ਆ। ਬਿਲਕੁਲ ਪਰਮਾਤਮਾ ਨੇ ਸਾਨੂੰ ਅੰਦਰੋਂ ਹੀ ਮਿਲਣਾ। ਬਹੁਤ ਵਧੀਆ ਜੀ, ਅੰਦਰੋਂ ਸਾਡੇ ਲਿਪ ਜੋੜਨੀ ਆ। ਹਾਂ ਓਕੇ ਵੀਰ ਜੀ, ਥੈਂਕ ਯੂ ਤੁਹਾਡਾ। ਨਹੀਂ ਕੋਈ ਨਹੀਂ ਜੀ। ਜੋ ਕੁਝ ਸਭ ਕੁਝ ਕਾਰ ਆ, ਸਾਰਾ ਕੁਝ ਭਰਮ ਹੀ ਹੈ ਜੀ। ਵਾਹਿਗੁਰੂ ਵਾਹਿਗੁਰੂ